ਦਿਲਾਂ ਵਿੱਚ ਉਮੜਦੇ ਜਜ਼ਬਾਤ ਦੀ ਆਵਾਜ਼ ਵੀ ਬਣਦੀ। ਗਗਨ ਤੋਂ ਪਾਰ ਜਾਣ ਲਈ ਇਹ ਪਰਵਾਜ਼ ਵੀ ਬਣਦੀ। ਰੂਹਾਂ 'ਚ ਵਸਦੇ ਗੀਤਾਂ ਲਈ ਇਹ ਸਾਜ਼ ਵੀ ਬਣਦੀ। ਖੁੱਲੀ ਕਿਤਾਬ ਬਣਦੀ ਏ ਤੇ ਗਹਿਰਾ ਰਾਜ਼ ਵੀ ਬਣਦੀ। ਕਾਗਜ਼ ਦੀ ਹਿੱਕ ਤੇ ਲਫ਼ਜ਼ਾਂ ਦੀ ਜੋ ਤਸਵੀਰ ਬਣਾਉਂਦੀ ਏ, ਨਿਰਮਲ ਤੇ ਨਿਰਛਲ ਵਿਦਾ ਉਹ ਕਵਿਤਾ ਕਹਾਉਂਦੀ ਏ। ਜੀ ਹਾਂ ਦੋਸਤੋ, ਇਨਸਾਨੀ ਮਨ ਦੇ ਤਮਾਮ ਜਜ਼ਬਿਆਂ ਦੀ ਤਰਜਮਾਨੀ ਕਰਦੀ ਕਵਿਤਾ ਸਾਡੇ ਸਮਾਜਿਕ, ਆਰਥਿਕ, ਸੱਭਿਆਚਾਰਕ ਸਰੋਕਾਰਾਂ ਦੀ ਗਾਥਾ ਵੀ ਗਾਉਂਦੀ ਏ ਅਤੇ ਸਾਡੇ ਚਾਵਾਂ, ਮਲ੍ਹਾਰਾਂ, ਤੰਗੀਆਂ, ਤੁਰਸ਼ੀਆਂ, ਇਸ਼ਕ, ਮੁਹੱਬਤਾਂ ਨੂੰ ਬੜੇ ਹੀ ਸੁਹਜ ਭਰੇ ਤਰੀਕੇ ਨਾਲ ਪੇਸ਼ ਵੀ ਕਰਦੀ ਏ। ਜੀਵਨ ਦੇ ਕੈਨਵਸ ਉੱਪਰ ਜਜ਼ਬਿਆਂ ਦੇ ਰੰਗ ਭਰਨ ਵਾਲੀ ਕਵਿਤਾ ਨੂੰ ਸਜਦਾ ਕਰਨ ਲਈ ਆਕਾਸ਼ਵਾਣੀ ਵੱਲੋਂ ਹਰੇਕ ਸਾਲ ਭਾਰਤ ਵਰਸ਼ ਦੀਆਂ ਸਾਰੀਆਂ ਖੇਤਰੀ ਭਾਸ਼ਾਵਾਂ ਦੀਆਂ ਚੋਣਵੀਆਂ ਕਵਿਤਾਵਾਂ ਅਤੇ ਉਹਨਾਂ ਕਵਿਤਾਵਾਂ ਦੇ ਰਚਨਹਾਰਿਆਂ ਨੂੰ ਲੈ ਕੇ ਇੱਕ ਸਰਵ ਭਾਸ਼ਾ ਕਵੀ ਸੰਮੇਲਨ ਕਰਾਇਆ ਜਾਂਦਾ ਹੈ। ਵੱਖ-ਵੱਖ ਭਾਸ਼ਾਵਾਂ ਦੀਆਂ ਕਵਿਤਾਵਾਂ ਦੇ ਕਵਿਤਾ ਪਾਠ ਦੇ ਨਾਲ ਉਹਨਾਂ ਦਾ ਹਿੰਦੀ ਭਾਸ਼ਾ 'ਚ ਅਨੁਵਾਦ ਵੀ ਪੇਸ਼ ਕੀਤਾ ਜਾਂਦਾ ਹੈ ਅਤੇ ਫਿਰ ਖੇਤਰੀ ਪੱਧਰ ਦੀਆਂ ਭਾਸ਼ਾਵਾਂ ਵਿੱਚ ਵੀ ਉਹਨਾਂ ਸਾਰੀਆਂ ਭਾਸ਼ਾਵਾਂ ਦੀਆਂ ਕਵਿਤਾਵਾਂ ਦਾ ਅਨੁਵਾਦ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਭਾਸ਼ਾ ਦੇ ਬੰਧਨ 'ਚ ਬੱਝ ਕੇ ਕਵੀ ਮਨਾਂ ਦੀ ਕਾਵਿ ਉਡਾਰੀ ਸੀਮਿਤ ਨਾ ਰਹਿ ਜਾਏ, ਸਗੋਂ ਕਵਿਤਾਵਾਂ 'ਚ ਪਰੋਏ ਜ਼ਿੰਦਗੀ ਦੇ ਅਰਥ ਭਰਪੂਰ ਮੋਤੀਆਂ ਨੂੰ ਹਰੇਕ ਭਾਸ਼ਾ ਨੂੰ ਸਮਝਣ ਵਾਲਿਆਂ ਤੱਕ ਪਹੁੰਚਾ ਕੇ ਕਾਵਿ ਕਲਾ ਦੀ ਵਿਧਾ ਨੂੰ ਅਤੇ ਇਸ ਦੇ ਦਾਇਰੇ ਨੂੰ ਵਿਸ਼ਾਲ ਬਣਾਇਆ ਜਾ ਸਕੇ। ਕਵਿਤਾ ਦੀ ਇਸ ਸ਼ਾਨਦਾਰ ਪਰੰਪਰਾ ਨੂੰ ਬੜੇ ਮਾਣ ਨਾਲ ਅੱਗੇ ਤੋਰਦੇ ਹੋਏ ਅੱਜ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਇਸ ਸਾਲ ਦੀਆਂ 94ਵੀਆਂ ਕਵਿਤਾਵਾਂ ਅਤੇ ਉਹਨਾਂ ਦਾ ਪੰਜਾਬੀ ਅਨੁਵਾਦ। ਸਭ ਤੋਂ ਪਹਿਲਾਂ ਸੁਣੋ ਪ੍ਰੋਫੈਸਰ ਭਗੀਰਥੀ ਨੰਦ ਦੀ ਸੰਸਕ੍ਰਿਤ ਕਵਿਤਾ। ਸਿਰਲੇਖ ਹੈ ਭਾਰਤ ਵਰਸ਼ ਹਮਾਰਾ ਹੈ। ਇਸ ਕਵਿਤਾ ਵਿੱਚ ਕਵੀ ਬੜੇ ਮਾਣ ਨਾਲ ਉਸਤਤ ਕਰ ਰਿਹਾ ਹੈ ਆਪਣੇ ਭਾਰਤ ਦੇਸ਼ ਮਹਾਨ ਦੀ। आकाश प्रांत देशे हिमगिरि शिखरे भाति यस्योत्तमाङ्गं यत् पादौ नीलरत्नाकर हृदयगतौ शालितौ वीचिजालै यद्भूमिं वासयोग्या सकलदिविशदः स्वर्गतो निर्विशन्ति सोऽयं वै कोऽपि देशो जगति विजयते भारतो भारतं नः भारतो भारतं नः विश्वं यद् भावनायां भवति भव भव प्राणिनामेकनीडं यद्देहे साम्यधारा नवरतगतिका कीटतो ब्रह्म यावत् गंगा गोदादिनद्यो निज विशदपयो मातृवत्पाययन्ति सोऽयं वै कोऽपि देशो जगति विजयते भारतो भारतं नः भारतो भारतं नः यद्भाले मेघमाला यद्भाले मेघमाला रचयति तिलकं नैकवर्णस्वरूपैर्मञ्जिष्ठा
स्निग्धा रागरक्ता फटिकमणिनिभा काकपक्षासिता वा शाक्तत्वं शैववादं प्रथयति च मुहुर्वैष्णवत्वं यदीयं सोऽयं वै कोऽपि देशो जगति विजयते भारतो भारतं नः भारतो भारतं नः साधूनां यत्र सिद्धिः भवति करगता भक्तिशुद्धान्तराणा मोङ्कारः श्रूयते च श्रुतिपरकतया श्रान्तकण्ठाद्विजाना गंगा गोविंद गीता गुणगणगुरवो गौश्च गीयन्त एते सोऽयं वै कोऽपि देशो जगति विजयते भारतो भारतं नः भारतो भारतं नः यत्कीर्तिं संगिरन्ते द्विजबुधवटवो वेद वेदांगसूक्तैरेवं चान्यान्यमार्गै निज निज विधिना संस्तुवन्ति तरेऽपि सायं प्रातः सलीलं किल विहगकुलं स्तौति वै काकलिभिः सोऽयं वै कोऽपि देशो जगति विजयते भारतो भारतं नः भारतो भारतं नः शान्तत्वं यस्य काव्ये कविकुलकलिते रम्यराजीवकल्पं देशानां भालवर्ति मुकुटमणिनिभ चन्द्रतौल्यं दधानः शत्रूणां नाशनाय मितबलशबल चण्डमार्तण्डदीप्तः सोऽयं वै कोऽपि देशो जगति विजयते भारतो भारतं नः भारतो भारतं नः। ਤੁਸੀਂ ਸੁਣ ਰਹੇ ਸੀ ਪ੍ਰੋਫੈਸਰ ਭਗੀਰਥੀ ਨੰਦ ਦੀ ਸੰਸਕ੍ਰਿਤ ਕਵਿਤਾ, ਜਿਸ ਦਾ ਸਿਰਲੇਖ ਸੀ ਭਾਰਤ ਵਰਸ਼ ਹਮਾਰਾ ਹੈ। ਹੁਣ ਪੇਸ਼ ਹੈ ਇਸ ਕਵਿਤਾ ਦਾ ਪੰਜਾਬੀ ਰੂਪਾਂਤਰਕਾਰ ਨੇ ਤਰਲੋਚਨ ਲੋਚੀ। ਭਾਰਤ ਦੇਸ਼ ਸਾਡਾ ਹੈ, ਹੇਮਗਿਰੀ ਦੇ ਉੱਚੇ ਸਿਖਰ ਜਿਹਾ ਜਿਸ ਦੇ ਮੱਥੇ 'ਤੇ ਤੇਜ ਹੈ, ਸਾਗਰ ਵੀ ਜਿਸ ਦੇ ਪੈਰ ਚੁੰਮਦੇ, ਤਲਾਅ ਝੂਮਦੇ ਲਹਿਰਾਉਂਦੇ, ਜਿਸ ਧਰਤੀ 'ਤੇ ਵਸਣਾ ਚਾਹੁੰਦੇ, ਦੇਵਤਿਆਂ ਨੂੰ ਪਿਆਰਾ ਹੈ, ਉਹੀ ਰੌਸ਼ਨ ਚਿਰਾਗ ਭਾਰਤ ਸਾਡਾ ਹੈ, ਜਿਸ ਦੀ ਨਜ਼ਰ ਵਿੱਚ ਸਾਰੀ ਧਰਤ ਇੱਕੋ ਟੱਬਰ, ਸੰਸਾਰ ਹੈ ਇੱਕ ਆਲਣਾ, ਕੀੜਿਆਂ ਮਕੌੜਿਆਂ ਤੋਂ ਬ੍ਰਹਿਮੰਡ ਤੱਕ ਜਿਸ ਦੀ ਇੱਕ ਸਮਾਨ ਸੋਚ ਹੈ, ਜਿਸ ਦੀ ਧਰਾਤਲ 'ਤੇ ਵਹਿੰਦਾ ਗੰਗਾ ਦਾ ਪਾਣੀ ਬਣ ਕੇ ਅੰਮ੍ਰਿਤ ਧਾਰਾ ਹੈ, ਉਹੀ ਰੌਸ਼ਨ ਭਾਰਤ ਦੇਸ਼ ਸਾਡਾ ਹੈ। ਤਿਲਕ ਕਰਦੀ ਧਰਤੀ ਬਾਰਿਸ਼ ਦੀ ਮਾਲਾ, ਜਿਸ ਦੇ ਸੋਹਣੇ ਮੱਥੇ 'ਤੇ ਇੰਦਰ ਧਨੁਸ਼ ਦੇ ਰੰਗ ਨੱਚਦੇ, ਜਿਸ ਦੀ ਲੈਅ 'ਤੇ ਤਾਲ 'ਤੇ ਕਿਤੇ ਸ਼ਿਵ ਅਤੇ ਕਿਤੇ ਵੈਸ਼ਨਵ, ਕਿਤੇ ਸ਼ਕਤੀ ਦਾ ਮਤ ਸਾਰਾ ਹੈ, ਭਾਰਤ ਦੇਸ਼ ਸਾਡਾ ਹੈ। ਜਿੱਥੇ ਸਾਧੂਆਂ ਦੇ ਹੱਥਾਂ 'ਤੇ ਸਿੱਧੀ ਆਸਨ ਲਾਉਂਦੀ ਹੈ, ਓਂਕਾਰ ਧੁਨ ਵੈਦਿਕ ਵੰਸ਼ ਨਾਲ ਭਰਪੂਰ ਵਗਦੀ ਹੈ, ਗਊ ਗੰਗਾ ਗੀਤਾ ਤੇ ਗੁਰੂ ਦੀ ਜਿੱਥੇ ਹੁੰਦੀ ਹੈ ਜੈ ਜੈਕਾਰ, ਉਹੀ ਜਗਦਾ ਮਗਦਾ ਭਾਰਤ ਦੇਸ਼ ਸਾਡਾ ਹੈ। ਜਿਸ ਦੀ ਕਲਗੀ ਚੌਂਕ ਕੂਟੀ ਝੂਮਦੀ, ਵੇਦ ਸੂਤਰਾਂ ਨੂੰ ਗਾਉਂਦੇ ਨੇ ਭਜਨ ਤੇ ਕੀਰਤਨ ਕਰਨ ਵਾਲੀਆਂ ਮੰਡਲੀਆਂ ਵਾਲੇ, ਜਿਸ ਦੇ ਸਤਸੰਗ ਸਦਾ ਸੁਣਦੇ ਨੇ, ਉਹੀ ਸਰਬ ਕਲਮ ਸੰਪੂਰਨ ਮਹਿਕ ਮਕੰਦੜਾ ਕੂਕਦਾ ਕਿਲਕਾਰੀਆਂ ਮਾਰਦਾ ਜਗਦਾ ਮਗਦਾ ਦੇਸ਼ ਸਾਡਾ ਹੈ। ਜਿਸ ਦੇ ਕਵੀ
ਕੁੱਲ ਕਵਿਤਾ ਤੇ ਸਾਹਿਤ ਵੀ ਕਮਲ ਫੁੱਲ ਵਾਂਗ ਮਨੋਹਰ ਹੈ। ਸਗਲ ਵਿਸ਼ਵ ਦਾ ਮੁਕਟ ਮੋਤੀ ਸਭ ਤੋਂ ਵਡਮੁੱਲੀ ਵਿਰਾਸਤ ਹੈ, ਜੋ ਦੁਸ਼ਮਣਾਂ ਲਈ ਅੰਗਿਆਰ ਵਰਗਾ ਸੂਰਜ ਹੈ। ਉਹੀ ਰੌਸ਼ਨ ਤੇ ਜਲਵਾਗਰ ਭਾਰਤ ਸਾਡਾ ਹੈ, ਉਹੀ ਰੌਸ਼ਨ ਤੇ ਜਲਵਾਗਰ ਭਾਰਤ ਸਾਡਾ ਹੈ। ਤੁਸਾਂ ਸੁਣਿਆ ਪ੍ਰੋਫੈਸਰ ਭਗੀਰਥੀ ਨੰਦ ਦੀ ਮੂਲ ਸੰਸਕ੍ਰਿਤ ਕਵਿਤਾ ਭਾਰਤ ਵਰਸ਼ ਹਮਾਰਾ ਹੈ ਦਾ ਪੰਜਾਬੀ ਰੂਪਾਂਤਰਕਾਰ ਸਨ ਤਰਲੋਚਨ ਲੋਚੀ। ਹੁਣ ਤੁਹਾਡੀ ਸੇਵਾ ਵਿੱਚ ਹਾਜ਼ਰ ਕਰ ਰਹੇ ਹਾਂ ਨਰੇਂਦਰ ਗੌੜ ਦੀ ਹਿੰਦੀ ਕਵਿਤਾ, ਜਿਸ ਦਾ ਸਿਰਲੇਖ ਹੈ ਬਾਪੂ क्षमा प्रार्थी हैं हम। बापू क्षमा प्रार्थी हैं हम। देश दुनिया के किसी भी नक्शे से बहुत बड़ा है महात्मा गांधी का कद। देश दुनिया के किसी भी नक्शे से बहुत बड़ा है महात्मा गांधी का कद। किसी भी नक्शे किसी भी नाप से बहुत बड़ा है इस एक इंसान का कद। आज भी प्रासंगिक हैं सत्य अहिंसा और धर्म के उनके सिद्धांत। आज भी प्रासंगिक है सत्य अहिंसा धर्म के उनके सिद्धांत। मिट्टी कहाँ है आज तक हिंसा, सत्य चौराहे चौराहे बिकाऊ माल की तरह खड़ा है। सत्य चौराहे चौराहे बिकाऊ माल की तरह खड़ा है। हिंसा से लबरेज हैं इस देश दुनिया का मीडिया। हिंसा से लबरेज है देश दुनिया का मीडिया। चारों दिशाओं में आतंक पसरा है। दुनिया की किसी भी कविता, किसी भी कहानी, किसी भी गाथा से बहुत बड़ा है महात्मा गांधी का कद। दुनिया की किसी भी कविता, किसी भी कहानी, किसी भी गाथा से बहुत बड़ा है महात्मा गांधी का कद। गांधी के सिद्धांतों की प्रासंगिकता समाप्त होने का नाम नहीं ले रही है। शायद ही कोई ऐसा दिन गुजरता है जब हिंसा, अत्याचार, बलात्कार की घटनाएं नहीं घटती। शायद ही कोई ऐसा दिन गुजरता है जब हिंसा, अत्याचार, बलात्कार की घटनाएं नहीं घटती। हिंसा और अनाचार का बोलबाला नहीं दिखता। ऐसे में महात्मा गांधी की तस्वीर लगातार बड़ी और बड़ी होती जा रही है। ऐसे में महात्मा गांधी की तस्वीर लगातार बड़ी और बड़ी होती जा रही है। जब भी इंसाफ और ईमान का कद छोटा होता है, बापू की तस्वीर बड़ी और बड़ी होती जाती है। आपकी याद करने की वजहों के लिए हम क्षमा प्रार्थी हैं बापू। आपको याद करने की वजहों के लिए हम क्षमा प्रार्थी हैं बापू। यह तुम पर है क्षमा दो न दो, यह तुम पर निर्भर है क्षमा दो न दो। देश दुनिया के किसी भी नक्शे से बहुत बड़ा है महात्मा गांधी का कद। ਤੁਸੀਂ ਸੁਣੀ ਨਰਿੰਦਰ ਗੌੜ ਦੀ ਹਿੰਦੀ ਕਵਿਤਾ ਬਾਪੂ क्षमा प्रार्थी हैं हम। ਲਓ ਹੁਣ ਸੁਣੋ ਇਸ ਕਵਿਤਾ ਦਾ ਪੰਜਾਬੀ ਰੂਪਾਂਤਰਕਾਰ ਨੇ ਅਮਰਜੀਤ ਕੌਂਕੇ। ਇਸ ਕਵਿਤਾ ਵਿੱਚ ਕਵੀ ਮਹਾਤਮਾ ਗਾਂਧੀ ਜੀ ਕੋਲੋਂ ਮੌਜੂਦਾ ਸਮਾਜ ਵੱਲੋਂ ਉਹਨਾਂ ਦੇ ਆਦਰਸ਼ਾਂ ਤੇ ਨਾ ਚੱਲਣ ਕਾਰਨ ਮਾਫੀ ਮੰਗ ਰਿਹਾ ਹੈ। ਦੇਸ਼ ਦੁਨੀਆ ਦੇ ਨਕਸ਼ੇ ਤੋਂ ਬਹੁਤ ਵੱਡੀ ਹੈ ਮਹਾਤਮਾ ਗਾਂਧੀ ਦੀ ਤਸਵੀਰ। ਦੇਸ਼ ਦੁਨੀਆ ਦੇ ਨਕਸ਼ੇ ਤੋਂ ਬਹੁਤ ਵੱਡੀ ਹੈ ਮਹਾਤਮਾ ਗਾਂਧੀ ਦੀ ਤਸਵੀਰ। ਕਿਸੇ ਵੀ ਨਕਸ਼ੇ ਅਤੇ ਕਿਸੇ ਵੀ ਨਾਮ ਤੋਂ ਬਹੁਤ ਵੱਡਾ ਹੈ ਕੱਦ ਉਹਨਾਂ ਦਾ। ਦੇਸ਼ ਦੁਨੀਆ ਦੇ ਨਕਸ਼ੇ ਤੋਂ ਬਹੁਤ ਵੱਡੀ ਹੈ ਮਹਾਤਮਾ ਗਾਂਧੀ ਦੀ ਤਸਵੀਰ। ਕਿਸੇ ਵੀ ਨਕਸ਼ੇ ਅਤੇ ਕਿਸੇ ਵੀ ਨਾਪ ਤੋਂ ਬਹੁਤ ਵੱਡਾ ਹੈ ਕੱਦ ਉਹਨਾਂ ਦਾ। ਸੱਚ, ਅਹਿੰਸਾ ਅਤੇ ਧਰਮ ਦੇ ਬਾਰੇ ਅੱਜ ਵੀ ਪ੍ਰਸੰਗਕ ਨੇ ਉਹਨਾਂ ਦੇ ਸਿਧਾਂਤ। ਸੱਚ, ਅਹਿੰਸਾ ਅਤੇ ਧਰਮ ਦੇ ਬਾਰੇ ਅੱਜ ਵੀ ਪ੍ਰਸੰਗਕ ਨੇ ਉਹਨਾਂ ਦੇ ਸਿਧਾਂਤ, ਕਿਉਂਕਿ ਦੁਨੀਆ ਤੋਂ ਲੁਪਤ ਨਹੀਂ ਹੋਈ ਅਜੇ ਤੱਕ ਹਿੰਸਾ ਅਤੇ ਸੱਚ ਹਰ ਚੌਰਾਹੇ ਵਿੱਚ ਵਿਕਾਊ ਮਾਲ ਵਾਂਗ ਖੜਾ ਹੈ। ਹਿੰਸਾ ਨਾਲ ਭਰੇ ਪਏ ਨੇ ਦੇਸ਼ ਦੁਨੀਆ ਦੇ ਅਖਬਾਰ ਅਤੇ ਚਾਰੋਂ ਦਿਸ਼ਾਵਾਂ ਵਿੱਚ ਪਸਰਿਆ ਹੈ ਭੈ। ਹਿੰਸਾ ਨਾਲ ਭਰੇ ਪਏ ਨੇ ਦੇਸ਼ ਦੁਨੀਆ ਦੇ ਅਖਬਾਰ ਅਤੇ ਚਾਰੋਂ ਦਿਸ਼ਾਵਾਂ ਵਿੱਚ ਪਸਰਿਆ ਪਿਆ ਹੈ ਭੈ। ਕਿਸੇ ਵੀ ਕਵਿਤਾ, ਕਿਸੇ ਵੀ ਕਹਾਣੀ ਅਤੇ ਕਿਸੇ ਵੀ ਗਾਥਾ ਤੋਂ ਬਹੁਤ ਵੱਡੀ ਹੈ ਮਹਾਤਮਾ ਗਾਂਧੀ ਦੀ ਤਸਵੀਰ।
ਕਿਸੇ ਵੀ ਕਵਿਤਾ, ਕਿਸੇ ਵੀ ਕਹਾਣੀ ਅਤੇ ਕਿਸੇ ਵੀ ਗਾਥਾ ਤੋਂ ਬਹੁਤ ਵੱਡੀ ਹੈ ਮਹਾਤਮਾ ਗਾਂਧੀ ਦੀ ਤਸਵੀਰ ਅਤੇ ਅਫਸੋਸ ਕਿ ਉਹਨਾਂ ਦੇ ਸਿਧਾਂਤਾਂ ਦੀ ਪ੍ਰਸੰਗਿਕਤਾ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਅਤੇ ਅਫਸੋਸ ਕਿ ਉਹਨਾਂ ਦੇ ਸਿਧਾਂਤਾਂ ਦੀ ਪ੍ਰਸੰਗਿਕਤਾ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਸ਼ਾਇਦ ਐਸਾ ਕੋਈ ਹੀ ਦਿਨ ਹੋਵੇ ਜਾਂ ਕੋਈ ਦਿਹਾੜਾ ਜਦੋਂ ਹੁੰਦਾ ਨਾ ਹੋਵੇ ਕੋਈ ਬਲਾਤਕਾਰ। ਸ਼ਾਇਦ ਐਸਾ ਕੋਈ ਦਿਨ ਹੋਵੇ ਜਾਂ ਕੋਈ ਦਿਹਾੜਾ ਜਦੋਂ ਹੁੰਦਾ ਨਾ ਹੋਵੇ ਕੋਈ ਬਲਾਤਕਾਰ। ਨਹੀਂ ਤਾਂ ਹਿੰਸਾ ਦਾ ਤਾਂ ਬੋਲਬਾਲਾ ਹੈ ਚਾਰੋਂ ਪਾਸੇ, ਨਹੀਂ ਤਾਂ ਹਿੰਸਾ ਦਾ ਤਾਂ ਬੋਲਬਾਲਾ ਹੈ ਚਾਰੋਂ ਪਾਸੇ। ਇਹੀ ਵਜ੍ਹਾ ਹੈ ਕਿ ਮਹਾਤਮਾ ਗਾਂਧੀ ਦੀ ਤਸਵੀਰ ਵੱਡੀ ਹੁੰਦੀ ਜਾ ਰਹੀ ਹੈ ਦਿਨ ਬ ਦਿਨ। ਇਹੀ ਵਜ੍ਹਾ ਹੈ ਕਿ ਮਹਾਤਮਾ ਗਾਂਧੀ ਦੀ ਤਸਵੀਰ ਵੱਡੀ ਹੁੰਦੀ ਜਾ ਰਹੀ ਹੈ ਦਿਨ ਬ ਦਿਨ ਤੇ ਇਨਸਾਨ ਅਤੇ ਇਨਸਾਫ ਦਾ ਕੱਦ ਛੋਟਾ ਹੁੰਦਾ ਜਾ ਰਿਹਾ ਹੈ ਤੇ ਇਨਸਾਨ ਅਤੇ ਇਨਸਾਫ ਦਾ ਕੱਦ ਛੋਟਾ ਹੁੰਦਾ ਜਾ ਰਿਹਾ ਹੈ। ਆਪਣੀ ਪ੍ਰਸੰਗਿਕਤਾ ਨੂੰ ਬਣਾਈ ਰੱਖਣ ਲਈ ਬਾਪੂ ਖਿਮਾ ਦੇ ਜਾਚਕ ਹਾਂ ਅਸੀਂ। ਆਪਣੀ ਪ੍ਰਸੰਗਿਕਤਾ ਨੂੰ ਬਣਾਈ ਰੱਖਣ ਲਈ ਬਾਪੂ ਖਿਮਾ ਦੇ ਜਾਚਕ ਹਾਂ ਅਸੀਂ, ਖਿਮਾ ਦੇ ਜਾਚਕ ਹਾਂ ਅਸੀਂ। ਤੁਸੀਂ ਸੁਣਿਆ ਨਰਿੰਦਰ ਗੌੜ ਦੀ ਹਿੰਦੀ ਕਵਿਤਾ ਬਾਪੂ क्षमा प्रार्थी हैं हम ਦਾ ਪੰਜਾਬੀ ਰੂਪਾਂਤਰਕਾਰ ਸਨ ਅਮਰਜੀਤ ਕੌਂਕੇ। ਲਓ ਹੁਣ ਸੁਣੋ ਡਾਕਟਰ ਕ੍ਰਿਤੀ ਕਾਲੇ ਦਾ ਹਿੰਦੀ ਗੀਤ ਜਿਸ ਦਾ ਸਿਰਲੇਖ ਹੈ ਬਾਪੂ। सत्य अहिंसा करुणा दृढ़ता को जीवन आधार करें, बापू का दर्शन अपना कर सपनों को साकार करें, बापू का दर्शन अपना कर सपनों को साकार करें। बापू एक महान ज्योति है दुनिया जिससे जगमग है, बापू एक महान ज्योति है दुनिया जिससे जगमग है। बापू अनुभव पुंज है ऐसा उद्वेलित जिससे जग है, बापू के पथ पर चलकर, बापू के पथ पर चलकर सुंदर सारा संसार करें, बापू का दर्शन अपना कर सपनों को साकार करें, बापू का दर्शन अपना कर सपनों को साकार कर। चुटकियों की जगह तालियां बजाएंगे तो अच्छा लगेगा कि बापू का दर्शन अपना कर सपनों को साकार करें। सारी नजरें उधर देखती जिधर देखते थे बापू, सारी नजरें उधर देखती जिधर देखते थे बापू, कदम बढ़ाते उधर सभी जिस ओर बढ़ाते थे बापू, कदम बढ़ाते उधर सभी जिस ओर बढ़ाते थे बापू। बापू के सत्याग्रह को, बापू के सत्याग्रह को जीवन में अंगीकार करें, बापू का दर्शन अपना कर सपनों को साकार करें, बापू का दर्शन अपना कर सपनों को साकार करें। और एक विशेष बंद रखती हूँ आपके सामने कि अंग्रेजी हिंसा के सम्मुख एक अहिंसक चमत्कार थे, कि अंग्रेजी हिंसा के सम्मुख एक अहिंसक चमत्कार थे। बापू कोई व्यक्ति नहीं थे, बापू एक विचार थे, बापू कोई व्यक्ति नहीं थे, बापू एक विचार थे। कथनी करनी के अंतर को, कथनी करनी के अंतर को मिटा आत्म उपचार करें, बापू का दर्शन अपना कर सपनों को साकार करें, बापू का दर्शन अपना कर सपनों को साकार करें। और आज के समय में बापू के दर्शन की क्या आवश्यकता है सुनिए कि जाति पंथ और संप्रदाय से ऊपर मानव धर्म है जी, जाति पंथ और संप्रदाय से ऊपर मानव धर्म है जी, सहिष्णुता सेवा समरसता सब धर्मों का मर्म है जी, जाति पंथ और संप्रदाय से पर मानव धर्म है जी, सहिष्णुता सेवा समरसता सब धर्मों का मर्म है जी। ऊंच नीच अगड़े पिछड़े, ऊंच नीच अगड़े पिछड़े की खड़ी नहीं दीवार करें, बापू का दर्शन अपना कर सपनों को साकार करें, बापू का दर्शन अपना कर सपनों को साकार करें। सत्य अहिंसा करुणा
दृढ़ता को जीवन आधार करें, सत्य अहिंसा करुणा दृढ़ता को जीवन आधार करें, बापू का दर्शन अपना कर सपनों को साकार करें, बापू का दर्शन अपना कर सपनों को साकार करें। ਤੁਸੀਂ ਸੁਣ ਰਹੇ ਸੀ ਡਾਕਟਰ ਕ੍ਰਿਤੀ ਕਾਲੇ ਦਾ ਹਿੰਦੀ ਗੀਤ ਬਾਪੂ। ਹੁਣ ਸੁਣੋ ਇਸ ਗੀਤ ਦਾ ਪੰਜਾਬੀ ਰੂਪਾਂਤਰਕਾਰ ਨੇ ਜਗਵਿੰਦਰ ਜੋਧਾ। ਗੀਤ ਵਿੱਚ ਗੀਤਕਾਰ ਬਾਪੂ ਗਾਂਧੀ ਦੇ ਆਦਰਸ਼ਾਂ ਉੱਤੇ ਚੱਲਣ ਦੀ ਪ੍ਰੇਰਣਾ ਦੇ ਰਿਹਾ ਹੈ। ਸੱਚ, ਅਹਿੰਸਾ, ਦਇਆ, ਦ੍ਰਿੜਤਾ ਜੀਵਨ ਦਾ ਆਧਾਰ ਕਰੀਏ, ਬਾਪੂ ਦਾ ਫਲਸਫਾ ਧਾਰ ਕੇ ਸਭ ਸੁਪਨੇ ਸਾਕਾਰ ਕਰੀਏ, ਬਾਪੂ ਦਾ ਫਲਸਫਾ ਧਾਰ ਕੇ ਸਭ ਸੁਪਨੇ ਸਾਕਾਰ ਕਰੀਏ। ਬਾਪੂ ਇੱਕ ਅਟਲ ਜੋਤ ਹੈ, ਦੁਨੀਆ ਜਿਸ ਤੋਂ ਰੌਸ਼ਨ ਹੈ, ਬਾਪੂ ਇੱਕ ਅਨੁਭਵ ਹੈ ਜਿਸ ਤੋਂ ਜਗਦਾ ਦੁਨੀਆ ਦਾ ਮਨ ਹੈ, ਬਾਪੂ ਦੇ ਰਸਤੇ ਤੇ ਤੁਰ ਕੇ ਸੁੰਦਰ ਇਹ ਸੰਸਾਰ ਕਰੀਏ, ਬਾਪੂ ਦਾ ਫਲਸਫਾ ਧਾਰ ਕੇ ਸਭ ਸੁਪਨੇ ਸਾਕਾਰ ਕਰੀਏ। ਸਾਰੀਆਂ ਅੱਖਾਂ ਉਧਰ ਦੇਖਣ ਜਿੱਧਰ ਵੇਂਦੇ ਸਨ ਬਾਪੂ, ਉਧਰ ਸਾਰੇ ਤੁਰ ਪੈਂਦੇ ਸਨ ਜਿੱਧਰ ਤੁਰਦੇ ਸਨ ਬਾਪੂ, ਬਾਪੂ ਦੇ ਸੱਤਿਆਗ੍ਰਹਿ ਨੂੰ ਜੀਵਨ ਵਿੱਚ ਅੰਗੀਕਾਰ ਕਰੀਏ, ਬਾਪੂ ਦਾ ਫਲਸਫਾ ਧਾਰ ਕੇ ਸਭ ਸੁਪਨੇ ਸਾਕਾਰ ਕਰੀਏ। ਅੰਗਰੇਜ਼ੀ ਹਿੰਸਾ ਦੇ ਸਾਹਮਣੇ ਇੱਕ ਅਹਿੰਸਕ ਚਮਤਕਾਰ ਸੀ, ਅੰਗਰੇਜ਼ੀ ਹਿੰਸਾ ਦੇ ਸਾਹਮਣੇ ਇੱਕ ਅਹਿੰਸਕ ਚਮਤਕਾਰ ਸੀ। ਉਹ ਇੱਕ ਇਕੱਲਾ ਮਨੁੱਖ ਨਹੀਂ ਸੀ, ਉਹ ਤਾਂ ਇੱਕ ਵਿਚਾਰ ਸੀ। ਕਰਮ ਕਥਨ ਦਾ ਫਰਕ ਮਿਟਾ ਕੇ ਆਤਮ ਨਾਲ ਵਿਚਾਰ ਕਰੀਏ, ਬਾਪੂ ਦਾ ਫਲਸਫਾ ਧਾਰ ਕੇ ਸਭ ਸੁਪਨੇ ਸਾਕਾਰ ਕਰੀਏ, ਬਾਪੂ ਦਾ ਫਲਸਫਾ ਧਾਰ ਕੇ ਸਭ ਸੁਪਨੇ ਸਾਕਾਰ ਕਰੀਏ। ਤੁਸੀਂ ਸੁਣਿਆ ਡਾਕਟਰ ਕ੍ਰਿਤੀ ਕਾਲੇ ਦੇ ਹਿੰਦੀ ਗੀਤ ਬਾਪੂ ਦਾ ਪੰਜਾਬੀ ਰੂਪਾਂਤਰਕਾਰ ਸਨ ਜਗਵਿੰਦਰ ਜੋਧਾ। ਹੁਣ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਡਾਕਟਰ ਰਹਿਮਾਨ ਮੁਸੱਵਿਰ ਦੀ ਉਰਦੂ ਗਜ਼ਲ। ਉਨਵਾਨ ਹੈ महात्मा गांधी को खिराजे अकीदत। रहबरे मंजिले वफा गांधी, रहबरे मंजिले वफा गांधी, रहबरे मंजिले वफा गांधी, सारे भारत के पेशवा गांधी, सारे भारत के पेशवा गांधी। ऐसे अखलाक की मिसाल नहीं, ऐसे अखलाक की मिसाल नहीं, ऐसे अखलाक की मिसाल नहीं। थे सदाकत का रास्ता गांधी, थे सदाकत का रास्ता गांधी। अच्छा देखिए कि तुमको बापू पुकारते हैं सब, तुमको बापू पुकारते हैं सब, कि तुमको बापू पुकारते हैं सब। तुम हो इस राष्ट्र के पिता गांधी, तुम हो इस राष्ट्र के पिता गांधी। उनका चर्चा है सारी दुनिया में, उनका चर्चा है, उनका चर्चा है
सारी दुनिया में, हर नजर में है आईना गांधी, हर नजर में है आईना गांधी। सारे भारत के पेशवा गांधी। और ये शेर खास तौर से आप सभी की तवज्जो चाहते हुए कि वो तो औरों के ख्वाब में भी नहीं, वो तो औरों के ख्वाब में भी नहीं, कि वो तो औरों के ख्वाब में भी नहीं, तुमने पाया जो मर्तबा गांधी, तुमने पाया जो मर्तबा गांधी। और मेरा दावा है और सच भी है, मेरा दावा है कि मेरा दावा है और सच भी है, पैदा होगा ना दूसरा गांधी, पैदा होगा ना दूसरा गांधी। कि मेरा दावा है और सच भी है, पैदा होगा ना दूसरा गांधी। ये डूब सकती थी हिंद की कश्ती, डूब सकती थी हिंद की कश्ती, डूब सकती थी हिंद की कश्ती, बन के आए थे ना खुदा गांधी, बन के आए थे ना खुदा गांधी। जिनको इंसानियत का, जिसको इंसानियत का ताज कहें, जिसको इंसानियत, कि जिसको इंसानियत का ताज कहें, ऐसे इंसान थे खुशनुमा गांधी, ऐसे इंसान थे। ये मक्ता कि ऐ मुसव्विर, इस पर आपकी दुआएं ज़रूर चाहूँगा कि ऐ मुसव्विर हमारे भारत की, ऐ मुसव्विर हमारे भारत की, ऐ मुसव्विर हमारे भारत की, इब्तिदा और इंतहा गांधी, इब्तिदा और इंतहा गांधी। रहबरे मंजिले वफा गांधी, सारे भारत के पेशवा गांधी। मेरा दावा है और सच भी है, मेरा दावा है और सच भी है, पैदा होगा ना दूसरा गांधी, पैदा हो। ਤੁਸੀਂ ਸਮਾਤ ਫਰਮਾ ਰਹੇ ਸੀ ਡਾਕਟਰ ਰਹਿਮਾਨ ਮੁਸੱਵਿਰ ਦੀ ਉਰਦੂ ਗਜ਼ਲ महात्मा गांधी को खिराज अकीदत। ਲਓ ਹੁਣ ਸੁਣੋ ਇਸ ਗਜ਼ਲ ਦਾ ਪੰਜਾਬੀ ਤਰਜਮਾ ਨਿਗਾਰ ਨੇ ਜਸਪਾਲ ਜ਼ੀਰਵੀ। ਇਸ ਗਜ਼ਲ ਵਿੱਚ ਸ਼ਾਇਰ ਮਹਾਤਮਾ ਗਾਂਧੀ ਦੀ ਮਹਾਨ ਸ਼ਖਸੀਅਤ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰ ਰਿਹਾ ਹੈ। ਗਜ਼ਲ ਦਾ ਮਤਲਬ ਹੈ ਜੀ, ਰਹਿਬਰੇ ਮੰਜ਼ਲੇ ਵਫਾ ਗਾਂਧੀ, ਰਹਿਬਰੇ ਮੰਜ਼ਲੇ ਵਫਾ ਗਾਂਧੀ, ਸਾਰੇ ਭਾਰਤ ਦੇ ਰਹਿਨੁਮਾ ਗਾਂਧੀ, ਸਦ ਗੁਣਾਂ ਦੀ ਮਿਸਾਲ ਬਣਿਆ ਏ,
ਸਤਿਗੁਣਾਂ ਦੀ ਮਿਸਾਲ ਬਣ ਆਏ, ਰਸਤਾ ਬਣ ਆਏ ਸੱਚ ਦਾ ਗਾਂਧੀ। ਤੁਹਾਨੂੰ ਬਾਪੂ ਬੁਲਾਉਂਦੇ ਨੇ ਸਭ, ਤੁਹਾਨੂੰ ਬਾਪੂ ਬੁਲਾਉਂਦੇ ਨੇ ਸਭ, ਆਪ ਹੋ ਰਾਸ਼ਟਰ ਦੇ ਪਿਤਾ ਗਾਂਧੀ। ਤੁਹਾਨੂੰ ਬਾਪੂ ਬੁਲਾਉਂਦੇ ਨੇ ਸਭ, ਆਪ ਹੋ ਰਾਸ਼ਟਰ ਦੇ ਪਿਤਾ ਗਾਂਧੀ। ਉਸ ਦੀ ਚਰਚਾ ਹੈ ਸਾਰੀ ਦੁਨੀਆ ਵਿੱਚ, ਉਸ ਦੀ ਚਰਚਾ ਹੈ ਸਾਰੀ ਦੁਨੀਆ ਵਿੱਚ, ਹਰ ਨਜ਼ਰ ਵਿੱਚ ਹੈ ਆਇਨਾ ਗਾਂਧੀ। ਉਹ ਤਾਂ ਹੋਰਾਂ ਦੇ ਖਾਬ ਵਿੱਚ ਵੀ ਨਹੀਂ, ਉਹ ਤਾਂ ਹੋਰਾਂ ਦੇ ਖਾਬ ਵਿੱਚ ਵੀ ਨਹੀਂ, ਤੁਹਾਨੂੰ ਜੋ ਮਿਲਿਆ ਮਰਤਬਾ ਗਾਂਧੀ। ਉਹ ਤਾਂ ਹੋਰਾਂ ਦੇ ਖਾਬ ਵਿੱਚ ਵੀ ਨਹੀਂ, ਤੁਹਾਨੂੰ ਮਿਲਿਆ ਜੋ ਮਰਤਬਾ ਗਾਂਧੀ। ਡੁੱਬ ਸਕਦੀ ਸੀ ਹਿੰਦ ਦੀ ਕਿਸ਼ਤੀ, ਡੁੱਬ ਸਕਦੀ ਸੀ ਹਿੰਦ ਦੀ ਕਿਸ਼ਤੀ, ਬਣ ਕੇ ਸੀ ਆਇਆ ਨਾ ਖੁਦਾ ਗਾਂਧੀ। ਮੇਰਾ ਦਾਵਾ ਹੈ ਅਤੇ ਸੱਚ ਵੀ ਹੈ, ਮੇਰਾ ਦਾਵਾ ਹੈ ਅਤੇ ਸੱਚ ਵੀ ਹੈ, ਜਮਨਾ ਮੁੜ ਕੇ ਨਾ ਦੂਸਰਾ ਗਾਂਧੀ। ਮੇਰਾ ਦਾਵਾ ਹੈ ਅਤੇ ਸੱਚ ਵੀ ਹੈ, ਜਮਨਾ ਮੁੜ ਕੇ ਨਾ ਦੂਸਰਾ ਗਾਂਧੀ। ਉਹ ਸੀ ਇਨਸਾਨੀਅਤ ਦੇ ਸਿਰ ਦਾ ਤਾਜ, ਉਹ ਸੀ ਇਨਸਾਨੀਅਤ ਦੇ ਸਿਰ ਦਾ ਤਾਜ, ਐਸਾ ਖੁਸ਼ ਦਿਲ ਤੇ ਖੁਸ਼ਨੁਮਾ ਗਾਂਧੀ। ਮਕਤਾ ਹਾਜ਼ਰ ਹੈ ਜੀ। ਇਬਤਦਾ ਵੀ ਸੀ ਐ ਮੁਸੱਵਰ ਤੇ, ਇਬਤਦਾ ਵੀ ਸੀ ਐ ਮੁਸੱਵਰ ਤੇ ਨਾਲੇ ਭਾਰਤ ਦੀ ਇੰਤਹਾ ਗਾਂਧੀ। ਰਹਿਬਰੇ ਮੰਜ਼ਲੇ ਵਫਾ ਗਾਂਧੀ, ਸਾਰੇ ਭਾਰਤ ਦੇ ਰਹਿਨੁਮਾ ਗਾਂਧੀ, ਸਾਰੇ ਭਾਰਤ ਦੇ ਰਹਿਨੁਮਾ ਗਾਂਧੀ। तुसां सुनिया डॉक्टर रहमान मुसव्विर दी उर्दू गज़ल महात्मा गांधी को खिराजे अकीदत दा पंजाबी तर्जुमा कीता सी जसपाल जीरवी ने। लओ हुण पेश है इंद्रजीत केसर वल्लों रची डोगरी कविता, जिस दा सिरलेख है सुनेहा। कविता सुनेहा। एक सुरै च उठो दियो अज सुनेहा सारेंगी, तुप्पी कड्डो देसै बिचा छप्पे दे गद्दारेंगी। बाहर आने आले बैरी झट गए पंछोई जांदे, घरै जो बैठे उंदे कोला अक्सर तोहफे थोई जांदे। इक इक करियै अड्डियें कन्नै मिंदो ऐसे खारेंगी, तुप्पी कड्डो देसै बिचा छप्पे दे गद्दारेंगी। हद होंदी ऐ दनक सोचो किन्ने तोहफे खाने न, बन्ने उप्पर लड़े बिना गै किन्ने क शहीद कराने न। नक होन नहीं देना जेकर विधवा फौजी नारेंगी, तुप्पी कड्डो देसै बिचा छप्पे दे गद्दारेंगी। भाऽ बरूदी चार चफेरै माहौल कसैला करे दी है, बकरियां दी धमकी दिक्खो बहादुर कौम जरै दी है। कड्डो सब म्याने बिचा तेज करो तलवारेंगी, तुप्पी कड्डो देसै बिचा छप्पे दे गद्दारेंगी। देश दी खातर सीस जिने भी हसदे हसदे वारे न, उंदे गिल्लू नैंगै लांबू लाइयै फुੱਲ भी तारे न। अज अस भी नेहा करचै होऐ तसल्ली सारेंगी, तुप्पी कड्डो देसै बिचा छप्पे दे गद्दारेंगी। सदियां धोड़ी सुखदा नहीं हो जिंदी अक्खी पानी है, शहीदें कोला घट नहीं फी उंदी भी कुर्बानी है। भरी जवानी जिनें मुहाया अपने यरो प्यारेंगी, तुप्पी कड्डो देसै बिचा छप्पे दे गद्दारेंगी। शहीदें दी कुर्बानी उपर जो खुशी मनांदे न, बेशर्मी ने शरेआम जो दबी कड़ाके लांदे न। सबक सिखाना बड़ा जरूरी ऐसे बेनुहारेंगी, तुप्पी कड्डो देसै बिचा छप्पे दे गद्दारेंगी। गोली चलदी सुनचै कुदरै कुतै आतंकी बंब फटांदा, फ्ही भी भारत दा ऐ योधा बहादुर फौजी नहीं घबरांदा। जे सलामत रखना अपनी गैलें पद्धर धारेंगी, तुप्पी कड्डो देसै बिचा छप्पे दे गद्दारेंगी। जख्में दी परवाह नहीं करदे फड़ी तरंगा शानै ने, शहीद होने शा पैह्ले फौजी देन सलामी मानै ने। अलविदा ओह् खीर आखदे औने आह्ली ब्हारेंगी, तुप्पी कड्डो देसै बिचा छप्पे दे गद्दारेंगी। आओ टेकचै मत्था केसर, आओ टेकचै मत्था केसर अपने शहीद जवानें गी। रौंदी दुनिया धोड़ी चेता रखना है बलिदानें गी। देशवासियों समझो उंदे अज अक्खीं दे इशारें गी, तुप्पी कड्डो देसै बिचा छप्पे दे गद्दारें गी। इक सुरै च उठो दियो
ਅੱਜ ਸੁਨੇਹਾ ਸਾਰੇਂਗੀ, ਧੁੱਪੀ ਕੱਢੋ ਦੇਸਾਂ ਵਿੱਚਾ ਛੱਪੇ ਦੇ ਗੱਦਾਰੇਂਗੀ। ਤੁਸੀਂ ਸੁਣ ਰਹੇ ਸੀ ਇੰਦਰਜੀਤ ਕੇਸਰ ਦੀ ਡੋਗਰੀ ਕਵਿਤਾ ਸੁਨੇਹਾ। ਹੁਣ ਪੇਸ਼ ਕਰ ਰਹੇ ਹਾਂ ਇਸ ਕਵਿਤਾ ਦਾ ਪੰਜਾਬੀ ਰੂਪਾਂਤਰਕਾਰ ਨੇ ਅਜੀਤ ਪਾਲ। ਆਪਣੀ ਕਵਿਤਾ ਵਿੱਚ ਬੜੇ ਸ਼ਾਨਦਾਰ ਬਿੰਬਾਂ ਦੀ ਵਰਤੋਂ ਕਰਕੇ ਕਵੀ ਮਾਨਵਤਾ, ਸਾਂਝ ਤੇ ਮੁਹੱਬਤਾਂ ਦਾ ਸੁਨੇਹਾ ਦੇ ਰਿਹਾ ਹੈ। ਇੱਕ ਸੁਰ ਕਰ ਲੋ ਹੋਕਾ, ਇਕੱਠੇ ਕਰ ਦਿਲਦਾਰਾਂ ਨੂੰ। ਇੱਕ ਸੁਰ ਕਰ ਲੋ ਹੋਕਾ, ਇਕੱਠੇ ਕਰ ਦਿਲਦਾਰਾਂ ਨੂੰ। ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਇੱਕ ਸੁਰ ਕਰ ਲੋ ਹੋਕਾ, ਇਕੱਠੇ ਕਰ ਦਿਲਦਾਰਾਂ ਨੂੰ। ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਬਾਹਰ ਦੇ ਦੁਸ਼ਮਣ ਤਾਂ ਝੱਟ ਪਹਿਚਾਣੇ ਜਾਂਦੇ ਨੇ, ਛੁਪੇ ਹੋਏ ਘਰ ਅੰਦਰਲੇ ਧੋਖਾ ਦੇ ਜਾਂਦੇ ਨੇ। ਬਾਹਰ ਦੇ ਦੁਸ਼ਮਣ ਤਾਂ ਝੱਟ ਪਹਿਚਾਣੇ ਜਾਂਦੇ ਨੇ, ਛੁਪੇ ਹੋਏ ਘਰ ਅੰਦਰਲੇ ਧੋਖਾ ਦੇ ਜਾਂਦੇ ਨੇ। ਆ ਗਿਆ ਵੇਲਾ ਮਸਲਣ ਦਾ ਚੁਣ ਚੁਣ ਕੇ ਖਾਰਾਂ ਨੂੰ। ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਹੱਦ ਹੁੰਦੀ ਹਰ ਗੱਲ ਦੀ, ਕਿੰਨੇ ਧੋਖੇ ਖਾਵਾਂਗੇ। ਬਿਨ ਲੜਿਆਂ ਹੀ ਕਿੰਨਿਆਂ ਦੇ ਸਿਰ ਕਲਮ ਕਰਾਵਾਂਗੇ। ਹੱਦ ਹੁੰਦੀ ਹਰ ਗੱਲ ਦੀ, ਕਿੰਨੇ ਧੋਖੇ ਖਾਵਾਂਗੇ। ਬਿਨ ਲੜਿਆਂ ਹੀ ਕਿੰਨਿਆਂ ਦੇ ਸਿਰ ਕਲਮ ਕਰਾਵਾਂਗੇ। ਐਵੇਂ ਵਿਧਵਾ ਹੋਣ ਨਹੀਂ ਦੇਣਾ ਸੈਨਿਕ ਨਾਰਾਂ ਨੂੰ। ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਹਵਾ ਬਰੂਦੀ ਆਲ ਦੁਆਲਾ ਗੰਧਲਾ ਕਰਦੀ ਏ, ਕਾਇਰਾਂ ਦੀ ਲਲਕਾਰ ਨੂੰ ਭਾਰਤ ਮਾਤਾ ਜਰਦੀ ਏ। ਹਵਾ ਬਾਰੂਦੀ ਆਲ ਦੁਆਲਾ ਗੰਧਲਾ ਕਰਦੀ ਏ, ਕਾਇਰਾਂ ਦੀ ਲਲਕਾਰ ਨੂੰ ਭਾਰਤ ਮਾਤਾ ਜਰਦੀ ਏ। ਤਿੱਖੀਆਂ ਕਰ ਲੋ ਕੱਢ ਮਿਆਨਾਂ ਚੋਂ ਤਲਵਾਰਾਂ ਨੂੰ। ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਹੱਸ ਹੱਸ ਦੇਸ਼ ਦੀ ਖਾਤਰ ਸੀਸ ਜਿਨ੍ਹਾਂ ਨੇ ਵਾਰੇ ਨੇ, ਚਿਖਾ ਜਲਾਉਂਦੇ ਬਾਲ ਉਹਨਾਂ ਅੱਖਾਂ ਦੇ ਤਾਰੇ ਨੇ। ਹੱਸ ਹੱਸ ਦੇਸ਼ ਦੀ ਖਾਤਰ ਸੀਸ ਜਿਨ੍ਹਾਂ ਨੇ ਵਾਰੇ ਨੇ, ਚਿਖਾ ਜਲਾਉਂਦੇ ਬਾਲ ਉਹਨਾਂ ਅੱਖਾਂ ਦੇ ਤਾਰੇ ਨੇ। ਕਰੀਏ ਕੁਝ ਐਸਾ, ਦਈਏ ਰਾਹਤ ਨਿਜ ਪਿਆਰਾਂ ਨੂੰ। ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਸਦੀਆਂ ਤੱਕ ਨਹੀਂ ਸੁੱਕਣਾ ਜਿਹੜੀਆਂ ਅੱਖਾਂ ਦਾ ਪਾਣੀ, ਵੱਧ ਸ਼ਹੀਦਾਂ ਤੋਂ ਵੀ ਹੈ ਉਹਨਾਂ ਦੀ ਕੁਰਬਾਨੀ। ਸਦੀਆਂ ਤੱਕ ਨਹੀਂ ਸੁੱਕਣਾ ਜਿਹੜੀਆਂ ਅੱਖਾਂ ਦਾ ਪਾਣੀ, ਵੱਧ ਸ਼ਹੀਦਾਂ ਤੋਂ ਵੀ ਹੈ ਉਹਨਾਂ ਦੀ ਕੁਰਬਾਨੀ। ਜੋਬਨ ਰੁੱਤੇ ਜਿਨ੍ਹਾਂ ਗਵਾਇਆ ਆਪਣੇ ਪਿਆਰਾਂ ਨੂੰ। ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਵੀਰਾਂ ਦੀ ਕੁਰਬਾਨੀ ਵੇਖ ਜੋ ਖੁਸ਼ੀ ਮਨਾਉਂਦੇ ਨੇ, ਬੇਸ਼ਰਮੀ ਦੀਆਂ ਹੱਦਾਂ ਟੱਪ ਠਹਾਕੇ ਲਾਉਂਦੇ ਨੇ। ਵੀਰਾਂ ਦੀ ਕੁਰਬਾਨੀ ਵੇਖ ਜੋ ਖੁਸ਼ੀ ਮਨਾਉਂਦੇ ਨੇ, ਬੇਸ਼ਰਮੀ ਦੀਆਂ ਹੱਦਾਂ ਟੱਪ ਠਹਾਕੇ ਲਾਉਂਦੇ ਨੇ। ਸਬਕ ਸਿਖਾਉਣਾ ਪੈਣਾ ਹੁਣ ਇਹਨਾਂ ਬਦਕਾਰਾਂ ਨੂੰ। ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਅੱਤਵਾਦੀ ਜਦ ਗੋਲੀ ਜਾਂ ਕੋਈ ਬੰਬ ਚਲਾਉਂਦਾ ਏ, ਯੋਧਾ ਭਾਰਤ ਮਾਂ ਦਾ ਮਾਸਾ ਨਾ ਘਬਰਾਉਂਦਾ ਏ। ਅੱਤਵਾਦੀ ਜਦ ਗੋਲੀ ਜਾਂ ਕੋਈ ਬੰਬ ਚਲਾਉਂਦਾ ਏ, ਯੋਧਾ ਭਾਰਤ ਮਾਂ ਦਾ ਮਾਸਾ ਨਾ ਘਬਰਾਉਂਦਾ ਏ। ਰੱਖਣਾ ਹੈ ਮਹਿਫੂਜ਼ ਜੇ ਆਪਣੇ ਸ਼ਹਿਰ ਬਾਜ਼ਾਰਾਂ ਨੂੰ। ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਜ਼ਖਮਾਂ ਤੋਂ ਨਾ ਡਰਦੇ, ਫੜਨ ਤਿਰੰਗਾ ਕੱਸ ਕੱਸ ਕੇ। ਪੀਣ ਸ਼ਹਾਦਤ ਜਾਮ, ਸਲਾਮੀ ਦਿੰਦੇ ਹੱਸ ਹੱਸ ਕੇ। ਜ਼ਖਮਾਂ ਤੋਂ ਨਾ ਡਰਦੇ, ਫੜਨ ਤਿਰੰਗਾ ਕੱਸ ਕੱਸ ਕੇ। ਪੀਣ ਸ਼ਹਾਦਤ ਜਾਮ, ਸਲਾਮੀ ਦਿੰਦੇ ਹੱਸ ਹੱਸ ਕੇ। ਦੇਸ਼ ਦੀ ਖਾਤਰ ਵਾਰ ਦਿੰਦੇ ਸਭ ਮੌਜ ਬਹਾਰਾਂ ਨੂੰ। ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਆਓ ਕੇਸਰ ਸਿਜਦਾ ਕਰੀਏ ਵੀਰ ਜਵਾਨਾਂ ਨੂੰ। ਰੱਖਣਾ ਯਾਦ ਕਿਆਮਤ ਤੱਕ ਸਭ ਦੇ ਬਲੀਦਾਨਾਂ ਨੂੰ। ਆਓ ਕੇਸਰ ਸਿਜਦਾ ਕਰੀਏ ਵੀਰ ਜਵਾਨਾਂ ਨੂੰ। ਰੱਖਣਾ ਯਾਦ ਕਿਆਮਤ ਤੱਕ ਸਭ ਦੇ ਬਲੀਦਾਨਾਂ ਨੂੰ। ਦੇਸ਼ ਵਾਸੀਓ ਸਮਝੋ ਵੀਰਾਂ ਦੀਆਂ ਪੁਕਾਰਾਂ ਨੂੰ। ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਇੱਕ ਸੁਰ ਕਰ ਲੋ ਹੋਕਾ, ਇਕੱਠੇ ਕਰ ਦਿਲਦਾਰਾਂ ਨੂੰ। ਢੂੰਡ ਲਿਆਵੋ
ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ, ਢੂੰਡ ਲਿਆਵੋ ਦੇਸ਼ ਦਿਆਂ ਛੁਪਿਆਂ ਗੱਦਾਰਾਂ ਨੂੰ। ਇਹ ਸੀ ਇੰਦਰਜੀਤ ਕੇਸਰ ਦੀ ਡੋਗਰੀ ਕਵਿਤਾ ਸੁਨੇਹਾ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਸਨ ਅਜੀਤ ਪਾਲ। ਤੇ ਹੁਣ ਪੇਸ਼ ਕਰ ਰਹੇ ਹਾਂ ਅਸਮੀਆ ਭਾਸ਼ਾ ਦੀ ਕਵਿਤਾ, ਜਿਸ ਦਾ ਸਿਰਲੇਖ ਹੈ ਦੂਰੀ। ਇਸ ਕਵਿਤਾ ਦੇ ਰਚਨਾਕਾਰ ਨੇ ৰাজীৱ বৰা। অতিথি সৎকাৰৰ জুতি লৈ ড্ৰয়িং ৰুমৰ পৰা আমি ওলাই অহাৰ পাছতো আগতো সি বহিয়েই থাকিল, আগ পাছ অনন্ত সময় আঙুলিত চেলফোন। ਰਾਜੀਵ ਬੋਰਾ ਦੀ ਅਸਮੀਆ ਕਵਿਤਾ ਦੂਰੀ ਦਾ ਹੁਣ ਸੁਣਦੇ ਹਾਂ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਨੇ ਤਰਸੇਮ। ਇਸ ਕਵਿਤਾ ਵਿੱਚ ਕਵੀ ਆਧੁਨਿਕ ਦੌਰ ਵਿੱਚ ਇਕਲਾਪੇ ਦਾ ਸ਼ਿਕਾਰ ਹੋਏ ਮਨੁੱਖ ਤੇ ਤਿੜਕ ਰਹੇ ਰਿਸ਼ਤਿਆਂ ਦੀ ਗੱਲ ਕਰ ਰਿਹਾ ਹੈ। ਮਹਿਮਾਨ ਨਵਾਜ਼ੀ ਦੇ ਸਾਰੇ ਸਵਾਦ ਲੈ ਕੇ, ਮਹਿਮਾਨ ਨਵਾਜ਼ੀ ਦੇ ਸਾਰੇ ਸਵਾਦ ਲੈ ਕੇ ਕੁਝ ਸਮਾਂ ਬਿਤਾਉਣ ਬਾਅਦ ਜਦ ਅਸੀਂ ਬੈਠਕ 'ਚੋਂ ਬਾਹਰ ਆਏ, ਤਦ ਵੀ ਉਹ ਸੈੱਲ ਫੋਨ 'ਚ ਉਲਝਿਆ ਇੱਕ ਨੁੱਕਰੇ ਕੁਰਸੀ 'ਤੇ ਬੈਠਾ ਸੀ। ਮਹਿਮਾਨ ਨਵਾਜ਼ੀ ਦੇ ਸਾਰੇ ਸਵਾਦ ਲੈ ਕੇ ਕੁਝ ਸਮਾਂ ਬਿਤਾਉਣ ਬਾਅਦ ਜਦੋਂ ਅਸੀਂ ਬੈਠਕ 'ਚੋਂ ਬਾਹਰ ਆਏ, ਤਦ ਵੀ ਉਹ ਸੈੱਲ ਫੋਨ 'ਚ ਉਲਝਿਆ ਇੱਕ ਨੁੱਕਰੇ ਕੁਰਸੀ 'ਤੇ ਬੈਠਾ ਸੀ। ਸੰਮੋਹਿਤ ਪਰਦਾ ਅਤੇ ਉਸ ਦੇ ਅੰਦਰ ਤੱਕ ਪਹੁੰਚਿਆ ਜਾਲ। ਸੰਮੋਹਿਤ ਪਰਦਾ ਅਤੇ ਉਸ ਦੇ ਅੰਦਰ ਤੱਕ ਪਹੁੰਚਿਆ ਜਾਲ ਅਨੰਤ ਫੈਲਾ ਅਤੇ ਰੋਮ ਰੋਮ 'ਚ ਸਿਰ 'ਤੇ ਚਿਪਕੇ ਉਸ ਵਰਗੇ ਬਹੁਤ ਸਾਰੇ ਚਾਪਲੂਸ ਮੱਛੀਆਂ ਦੇ ਹਾਵ ਭਾਵ ਦਾ ਹਿੱਸੇਦਾਰ ਬਣ ਕੇ, ਉਸ ਵਰਗੇ ਬਹੁਤ ਸਾਰੇ ਚਾਪਲੂਸ ਮੱਛੀਆਂ ਦੇ ਹਾਵ ਭਾਵ ਦਾ ਹਿੱਸੇਦਾਰ ਬਣ ਕੇ ਭੁੱਲ ਗਿਆ ਸੀ ਆਪਣੇ ਚਾਰੇ ਪਾਸੇ ਦੀ ਸਹਿਜਤਾ ਅਤੇ ਸਹਿਜ ਵਿਸਥਾਰ। ਅਲਗਾਓ ਵਾਲੀ ਅਸਲੀਅਤ ਦਾ ਹੱਥ ਫੜ ਕੇ, ਅਲਗਾਓ ਵਾਲੀ ਅਸਲੀਅਤ ਦਾ ਹੱਥ ਫੜ ਕੇ ਉਹ ਲੋਕ ਯਾਤਰਾ ਕਰਦੇ ਹਨ। ਅਲਗਾਓ ਵਾਲੀ ਅਸਲੀਅਤ ਦਾ ਹੱਥ ਫੜ ਕੇ ਉਹ ਲੋਕ ਯਾਤਰਾ ਕਰਦੇ ਹਨ, ਬੁਣੇ ਹੋਏ ਜਾਲ ਦੀਆਂ ਗਲੀਆਂ 'ਚ, ਗੁਫਾਵਾਂ 'ਚ ਅਤੇ ਵਰਜਿਤ ਥਾਵਾਂ 'ਤੇ। ਬੁਣੇ ਹੋਏ ਜਾਲ ਦੀਆਂ ਗਲੀਆਂ 'ਚ, ਗੁਫਾਵਾਂ 'ਚ ਅਤੇ ਵਰਜਿਤ ਥਾਵਾਂ 'ਤੇ। ਜਾਲ 'ਚ ਫਸਣ ਵਾਲੀ ਮੱਛੀ ਦੀ ਗਤੀ ਹੀ ਉਹਨਾਂ ਦੀ ਗਤੀ ਹੁੰਦੀ ਹੈ। ਜਾਲ 'ਚ ਫਸਣ ਵਾਲੀ ਮੱਛੀ ਦੀ ਗਤੀ ਹੀ ਉਹਨਾਂ ਦੀ ਗਤੀ ਹੁੰਦੀ ਹੈ। ਆਪਣੇ ਵੰਸ਼ਜ ਦੇ ਨਾਲ ਲਹੂ ਦਾ ਸੰਬੰਧ, ਆਪਣੇ ਵੰਸ਼ਜ ਦੇ ਨਾਲ ਲਹੂ ਦਾ ਸੰਬੰਧ। ਰੋਜ਼ ਦੇ ਕੰਮਾਂ-ਕਾਰਾਂ ਦਾ ਸਾਹਮਣਾ ਕਰਨ ਵਾਲੇ ਇਹ ਲੋਕ, ਰੋਜ਼ ਦੇ ਕੰਮਾਂ-ਕਾਰਾਂ ਦਾ ਸਾਹਮਣਾ ਕਰਨ ਵਾਲੇ ਇਹ ਲੋਕ ਉਹਨਾਂ ਲੋਕਾਂ ਦੇ ਸੁੱਖ-ਦੁੱਖ, ਸਹਿਜ ਅਸਹਿਜ ਵਜੂਦ ਨੂੰ ਅਣਦੇਖਿਆ ਕਰਕੇ, ਉਹਨਾਂ ਲੋਕਾਂ ਦੇ ਦੁੱਖ-ਸੁੱਖ, ਸਹਿਜ ਅਸਹਿਜ ਵਜੂਦ ਨੂੰ ਅਣਦੇਖਿਆ ਕਰਕੇ ਕਿੱਥੇ ਰਹਿੰਦਾ ਹੈ ਜਵਾਨੀ ਦਾ ਚਮਕਦਾ ਚਿਹਰਾ, ਕਿੱਥੇ ਰਹਿੰਦਾ ਹੈ ਜਵਾਨੀ ਦਾ ਚਮਕਦਾ ਚਿਹਰਾ। ਬਰਾਬਰੀ ਦੇ ਘੇਰੇ ਦਾ ਮੁੱਖ ਸੱਚ ਹੀ ਜੀਵਨ ਦਾ ਸੱਚ ਹੈ। ਬਰਾਬਰੀ ਦੇ ਘੇਰੇ ਦਾ ਮੁੱਖ ਸੱਚ ਹੀ ਜੀਵਨ ਦਾ ਸੱਚ ਹੈ। ਆਪਣਾ ਆਲਣਾ ਹੀ ਸੁਰੱਖਿਅਤ ਥਾਂ 'ਤੇ ਹੈ, ਆਪਣਾ ਆਲਣਾ ਹੀ ਸੁਰੱਖਿਅਤ ਥਾਂ 'ਤੇ ਹੈ। ਨੂੰ ਭੁੱਲ ਕੇ ਉਸ ਨੂੰ, ਉਸ ਭੁੱਲ ਨੂੰ ਬੇਘਰਾ ਪੰਛੀ ਵਾਰ-ਵਾਰ ਕਰਦਾ ਹੈ। ਉਸ ਭੁੱਲ ਨੂੰ ਬੇਘਰਾ ਪੰਛੀ ਬਾਰ-ਬਾਰ ਕਰਦਾ ਹੈ। ਇੱਕ ਬੂੰਦ ਵੀ ਨਹੀਂ ਪੀ ਸਕਦਾ 7 ਸਾਗਰਾਂ ਦਾ ਪਾਣੀ, ਇੱਕ ਬੂੰਦ ਵੀ ਨਹੀਂ ਪੀ ਸਕਦਾ 7 ਸਾਗਰਾਂ ਦਾ ਪਾਣੀ। ਖਾਰਾ ਕਾਲਜਾ ਹੀ ਜਾਣਦਾ ਹੈ, ਖਾਰਾ ਕਾਲਜਾ ਹੀ ਜਾਣਦਾ ਹੈ। ਇਹ ਸੀ ਰਾਜੀਵ ਬੋਰਾ ਦੀ ਅਸਮੀਆ ਕਵਿਤਾ ਦੂਰੀ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਸਨ ਤਰਸੇਮ। ਹੁਣ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਕਾਲੀ ਕ੍ਰਿਸ਼ਨਾ ਗੁਹਾ ਦੀ ਬੰਗਲਾ ਕਵਿਤਾ, ਜਿਸ ਦਾ ਸਿਰਲੇਖ ਹੈ ਬਾਰਿਸ਼ ਕੇ इंतजार में। বৃষ্টির অপেক্ষায়, বৃষ্টির অপেক্ষায় যেসব দিন অতিক্রান্ত হলো তা আমাদের মধ্যে রয়ে গেছে, আমাদের স্মৃতির মধ্যে মিশে রয়েছে সেই সব দিন, যেমন মৃত সন্তানেরা থাকে। ਤੁਸੀਂ ਸੁਣ ਰਹੇ ਸੀ ਕਾਲੀ ਕ੍ਰਿਸ਼ਨ ਗੁਹਾ ਦੀ ਬੰਗਲਾ ਕਵਿਤਾ, ਸਿਰਲੇਖ ਸੀ ਬਾਰਿਸ਼ ਕੇ ਇੰਤਜ਼ਾਰ ਮੇਂ। ਲਓ ਹੁਣ ਸੁਣੋ ਇਸ ਕਵਿਤਾ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਨੇ ਸੰਤੋਖ ਸਿੰਘ ਰੰਧਾਵਾ। ਇਸ ਕਵਿਤਾ ਰਾਹੀਂ ਕਵੀ ਨੇ ਜ਼ਿੰਦਗੀ ਦੇ ਬੋਝਲ ਵਕਤ ਦੀ ਤੁਲਨਾ ਬਾਰਿਸ਼ ਤੋਂ ਸੱਖਣੇ ਦਿਨਾਂ ਨਾਲ ਕੀਤੀ ਹੈ।
ਮੀਂਹ ਦੀ ਉਡੀਕ ਵਿੱਚ ਜੋ ਦਿਨ ਗੁਜ਼ਰੇ ਉਹ ਸਾਡੇ ਅੰਦਰ ਹੀ ਸਮਾਏ ਹਨ। ਮੀਂਹ ਦੀ ਉਡੀਕ ਵਿੱਚ ਜੋ ਦਿਨ ਗੁਜ਼ਰੇ ਉਹ ਸਾਡੇ ਅੰਦਰ ਹੀ ਸਮਾਏ ਹਨ। ਸਾਡੀਆਂ ਯਾਦਾਂ ਵਿੱਚ ਰਚ ਮਿਚ ਗਿਆ, ਸਾਡੀਆਂ ਯਾਦਾਂ ਵਿੱਚ ਰਚ ਮਿਚ ਗਿਆ, ਮਰੇ ਹੋਏ ਬੱਚਿਆਂ ਦੀਆਂ ਯਾਦਾਂ ਵਾਂਗ। ਬੂਰ ਪੈਣ ਦੇ ਦਿਨਾਂ ਵਿੱਚ ਸਾਡੇ ਕਹਾਣੀਕਾਰਾਂ ਕੁਝ ਗੱਲਾਂ ਕੀਤੀਆਂ, ਉਹ ਸਭ ਕੁਝ ਕਿੱਥੇ ਸਾਂਭਿਆ ਹੈ, ਉਹ ਸਭ ਕੁਝ ਕਿੱਥੇ ਸਾਂਭਿਆ ਹੈ। ਨਵੇਂ ਸਾਲ ਦੇ ਸ਼ੁਰੂ ਵਿੱਚ ਹੀ ਪਰਿਵਾਰਕ ਚਰਚਾ ਹੋਈ ਸੀ ਉਸ ਦੀ। ਨਵੇਂ ਸਾਲ ਦੇ ਸ਼ੁਰੂ ਵਿੱਚ ਹੀ ਪਰਿਵਾਰਕ ਚਰਚਾ ਹੋਈ ਸੀ ਉਸ ਦੀ। ਉਸਨੇ ਤੂਫਾਨ ਦੀਆਂ ਗੱਲਾਂ ਕੀਤੀਆਂ, ਉਸਨੇ ਤੂਫਾਨ ਦੀਆਂ ਗੱਲਾਂ ਕੀਤੀਆਂ, ਹੋਰ ਭੁੱਖਮਰੀ ਤੇ ਦੇਵੀ ਦੀਆਂ ਗੱਲਾਂ ਕੀਤੀਆਂ, ਹੋਰ ਭੁੱਖਮਰੀ ਤੇ ਦੇਵੀ ਦੀਆਂ ਗੱਲਾਂ ਕੀਤੀਆਂ। ਇਹ ਦੇਵੀ ਕੌਣ ਹੈ? ਇਹ ਦੇਵੀ ਕੌਣ ਹੈ? ਬੇਸਮਝ ਬੱਚੇ ਖੇਡਦੇ ਹੋਏ ਸੋਚ ਰਹੇ, ਬੇਸਮਝ ਬੱਚੇ ਖੇਡਦੇ ਹੋਏ ਸੋਚ ਰਹੇ, ਕੌਣ ਹੈ ਇਹ ਦੇਵੀ? ਵੱਡੇ ਬੁੱਢੇ ਆਰਾਮ ਕਰਦੇ ਹੋਏ ਬੜੀ ਦੇਰ ਤੱਕ ਸੋਚਦੇ ਰਹੇ, ਵੱਡੇ ਬੁੱਢੇ ਆਰਾਮ ਕਰਦੇ ਹੋਏ ਬੜੀ ਦੇਰ ਤੱਕ ਸੋਚਦੇ ਰਹੇ, ਕਿਉਂਕਿ ਉਹਨਾਂ ਨੂੰ ਵੀ ਕੁਝ ਸਮਝ ਨਹੀਂ ਸੀ ਆਇਆ। ਕਿੱਥੇ ਤੱਕ ਸਮਝਣਾ ਹੈ? ਕਿੰਨੀ ਦੇਰ ਤੱਕ ਜੀਵਨ ਵਿੱਚ ਮੀਂਹ ਪੈਂਦਾ ਹੈ, ਕਿੰਨੀ ਦੇਰ ਤੱਕ ਜੀਵਨ ਵਿੱਚ ਮੀਂਹ ਪੈਂਦਾ ਹੈ। ਕੇਵਲ ਧੁੰਦਲਾ ਜਿਹਾ ਅਸ਼ਵਮੇਘ ਦਾ ਇੱਕ ਘੋੜਾ, ਕੇਵਲ ਧੁੰਦਲਾ ਜਿਹਾ ਅਸ਼ਵਮੇਘ ਦਾ ਇੱਕ ਘੋੜਾ ਜੋ ਸਮੁੱਚੇ ਪ੍ਰਾਣ ਤੇ ਧਰਮ ਗਿਆਨ ਦੀ ਪਿਆਸ ਦੌੜਦਾ ਫਿਰਦਾ ਹੈ, ਜੋ ਸਮੁੱਚੇ ਗਿਆਨ ਦੀ ਪਿਆਸ ਦੌੜਦਾ ਫਿਰਦਾ ਹੈ, ਜਿਸ ਨੂੰ ਰੋਕਣ ਵਾਲਾ ਕੋਈ ਨਹੀਂ, ਜਿਸ ਨੂੰ ਰੋਕਣ ਵਾਲਾ ਕੋਈ ਨਹੀਂ। ਮੀਂਹ ਦੀ ਉਡੀਕ ਵਿੱਚ ਇੱਕ ਦਿਨ ਹੋਰ ਐਵੇਂ ਹੀ ਗੁਜ਼ਰ ਗਿਆ, ਮੀਂਹ ਦੀ ਉਡੀਕ ਵਿੱਚ ਇੱਕ ਦਿਨ ਐਵੇਂ ਹੀ ਗੁਜ਼ਰ ਗਿਆ। ਇਹ ਸੀ ਕਾਲੀ ਕ੍ਰਿਸ਼ਨ ਗੁਹਾ ਦੀ ਬੰਗਲਾ ਕਵਿਤਾ ਬਾਰਿਸ਼ ਕੇ ਇੰਤਜ਼ਾਰ ਮੇਂ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਸਨ ਸੰਤੋਖ ਸਿੰਘ ਰੰਧਾਵਾ। ਹੁਣ ਪੇਸ਼ ਹੈ ਬੋਡੋ ਭਾਸ਼ਾ ਦੀ ਕਵਿਤਾ। ਸਿਰਲੇਖ ਹੈ ਏਕ ਪੁਲ ਚਾਹੀਏ। ਇਸ ਕਵਿਤਾ ਦੇ ਰਚਨਾਕਾਰ ਨੇ ਧਨਸ਼੍ਰੀ स्वर्गियारी। गंसे दालां नांगौ। हाथरखिफोरा जोंनाव आलासि जाफैनायनि सिगां गासैबो थिगैनो दंजोबोमोन। सिथ्लाफोरा गुवारमोन। गंसे सिथ्लायावनो जों बैसागु खुङोमोन। बेसे गोदैमोन बै समफोरा। ਤੁਸੀਂ ਸੁਣ ਰਹੇ ਸੀ ਧਨਸ਼੍ਰੀ स्वर्गियारी ਦੀ ਬੋਡੋ ਕਵਿਤਾ ਏਕ ਪੁਲ ਚਾਹੀਏ। ਲਓ ਹੁਣ ਸੁਣੋ ਇਸ ਕਵਿਤਾ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਨੇ ਸਿਮਰਤ ਗਗਨ। ਇਸ ਕਵਿਤਾ ਵਿੱਚ ਕਵੀ ਬੜੇ ਹੀ ਸੁਹਜਮਈ ਤਰੀਕੇ ਨਾਲ ਰਿਸ਼ਤਿਆਂ ਦਰਮਿਆਨ ਇੱਕ ਪੁਲ ਬਣਾਉਣ ਦੀ ਗੱਲ ਕਰਦਾ ਹੈ। ਤਾਰਿਆਂ ਦੇ ਮਹਿਮਾਨ ਬਣ ਕੇ ਆਉਣ ਤੋਂ ਪਹਿਲਾਂ ਸਾਡੇ ਘਰ ਸਭ ਕੁਝ ਠੀਕ ਠਾਕ ਸੀ। ਤਾਰਿਆਂ ਦੇ ਮਹਿਮਾਨ ਬਣ ਕੇ ਆਉਣ ਤੋਂ ਪਹਿਲਾਂ ਸਾਡੇ ਘਰ ਸਭ ਕੁਝ ਠੀਕ ਠਾਕ ਸੀ। ਸਾਡੇ ਵਿਹੜੇ ਵਿਸ਼ਾਲ ਸਨ। ਇੱਕੋ ਵਿਹੜੇ 'ਚ ਅਸੀਂ ਵਿਸਾਖ ਮਨਾਉਂਦੇ ਸੀ। ਕਿੰਨਾ ਖੂਬਸੂਰਤ ਸੀ ਉਹ ਸਮਾਂ। ਤਾਰੇ ਮਹਿਮਾਨ ਬਣ ਕੇ ਆਉਂਦੇ ਸੀ ਆਪਣੀ ਚਮਕ ਤੋਂ ਹੋਰ ਚਮਕੀਲੇ ਹੋਣ ਲਈ, ਤੇ ਉਹਨਾਂ ਦੇ ਆਉਣ ਨਾਲ ਸਾਡੇ ਦਿਨ ਤੇ ਰਾਤ ਰੋਸ਼ਨ ਹੁੰਦੇ, ਪਿੰਡ ਤੇ ਵਿਹੜਾ ਜਾਗਦੇ ਜਿਉਂਦੇ ਰਹਿੰਦੇ। ਤਾਰਿਆਂ ਨੂੰ ਵੇਖ ਹਜ਼ਾਰਾਂ ਜੁਗਨੂ ਤਾਰੇ ਬਣਨ ਦਾ ਅਭਿਆਸ ਕਰਦੇ, ਪਰ ਸਾਨੂੰ ਤਾਂ ਲੱਖਾਂ ਤਾਰੇ ਚਾਹੀਦੇ ਨੇ। ਅਣਗਿਣਤ ਤਾਰੇ ਹੋਣ ਤਾਂ ਅਸਮਾਨ ਹੋਰ ਵਿਸ਼ਾਲ ਹੋ ਜਾਂਦਾ ਹੈ, ਤੇ ਸੁਣਿਆ ਉੱਥੇ ਹੀ ਹੈ ਸਾਡੀ ਆਜ਼ਾਦੀ। ਆਜ਼ਾਦੀ 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 ਮੰਤਰ ਦਾ ਜਾਪ ਕਰਦੇ ਬੇਸਬਰੇ ਜੁਗਨੂ ਤਾਰੇ ਬਣਨ ਦੇ ਅਭਿਆਸ 'ਚ ਵਿਅਸਤ ਰਹਿੰਦੇ। ਪਰ ਜਦੋਂ ਆ ਜਾਂਦੇ ਨੇ ਉਹ ਮਤਲਬ ਖੋਰ ਪ੍ਰਾਹੁਣੇ ਚੋਣਾਂ ਦੇ ਵੇਲੇ, ਤੇ ਬੀਜ ਦਿੰਦੇ ਨੇ ਸਾਡੇ ਵਿਹੜੇ ਬੀ ਜ਼ਹਿਰ ਦੇ। ਫਿਰ ਸਾਡੇ ਵਿਹੜਿਆਂ 'ਚ ਵਗਦੇ ਨੇ ਦਰਿਆ ਅੱਗ ਦੇ, ਆਜ਼ਾਦੀ ਦੇ ਨਾਂ 'ਤੇ, ਜਿੱਥੇ ਬਲਦੀ ਹੈ ਹਜ਼ਾਰਾਂ ਦੀ ਜਵਾਨੀ, ਮਾਂ ਦੀ ਮਮਤਾ, ਦਿਲ ਤੇ ਪਵਿੱਤਰਤਾ। ਬਸ ਇੱਕ ਪੁਲ ਚਾਹੀਦਾ ਹੁਣ, ਬਸ ਇੱਕ ਪੁਲ ਚਾਹੀਦਾ ਹੁਣ, ਬੇਹੱਦ ਜ਼ਰੂਰੀ ਸਾਨੂੰ।
ਹਾਂ ਹਾਂ ਇੱਕ ਪੁਲ, ਬਰਫੀਲਾ ਅਤੇ ਠੰਡਾ ਪੁਲ, ਜਿੱਥੋਂ ਆਣਾ ਜਾਣਾ ਹੋ ਸਕੇ ਸਾਡੇ ਅੱਧੇ ਅਧੂਰੇ ਜਲੇ ਹੋਏ ਦਿਲਾਂ ਦਾ, ਜਿੱਥੋਂ ਆਣਾ ਜਾਣਾ ਹੋ ਸਕੇ ਸਾਡੇ ਅੱਧੇ ਅਧੂਰੇ ਜਲੇ ਹੋਏ ਦਿਲਾਂ ਦਾ, ਤੇ ਫਿਰ ਤੋਂ ਬੁਣ ਸਕੀਏ ਟੁੱਟੇ ਹੋਏ ਰਿਸ਼ਤਿਆਂ ਦੇ ਧਾਗੇ। ਤੂੰ ਤੇ ਮੈਂ, ਅਸੀਂ ਇੱਕ ਹੋ ਕੇ ਇੱਕੋ ਵਿਹੜੇ ਵਿੱਚ ਜੀ ਸਕੀਏ। ਤੂੰ ਤੇ ਮੈਂ, ਅਸੀਂ ਇੱਕ ਹੋ ਕੇ ਇੱਕੋ ਵਿਹੜੇ ਵਿੱਚ ਜੀ ਸਕੀਏ। ਹਾਂ, ਇੱਕ ਪੁਲ ਚਾਹੀਦਾ। ਤੁਸੀਂ ਸੁਣਿਆ ਧਨ ਸ਼੍ਰੀ ਸਵਰਗਿਆਰੀ ਦੀ ਬੋਡੋ ਕਵਿਤਾ ਏਕ ਪੁਲ ਚਾਹੀਏ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਸਨ ਸਿਮਰਤ ਗਗਨ। ਲਓ ਹੁਣ ਸੁਣੋ ਸਨੇਹੀ પરમાર ਦੀ ਲਿਖੀ ਗੁਜਰਾਤੀ ગઝલ। કોઈનું પણ આંસુ લોચ્યું હોય તે બેસે અહીં, ને પછી છાતીમાં દુખ્યું હોય તે બેસે અહીં, હાથ વચ્ચે નામ ઘૂંટ્યું હોય તે બેસે અહીં, ને અદબથી એને ભૂસ્યું હોય તે બેસે અહીં। ਤੁਸੀਂ ਸੁਣ ਰਹੇ ਸੀ ਸਨੇਹੀ પરਮਾਰ ਦੀ ਗੁਜਰਾਤੀ ਗਜ਼ਲ। ਲਓ ਹੁਣ ਸੁਣੋ ਇਸ ਗਜ਼ਲ ਦਾ ਪੰਜਾਬੀ ਤਰਜੁਮਾ ਕਰ ਰਹੇ ਨੇ ਡਾਕਟਰ ਰਾਮ ਮੂਰਤੀ। ਗਜ਼ਲ ਹੈ ਜੀ। ਜੇ ਕਿਸੇ ਦਾ ਹੰਝੂ ਪੂੰਝਿਆ ਏ ਤਾਂ ਤੂੰ ਬੈਠ ਇੱਥੇ, ਜੇ ਕਿਸੇ ਦਾ ਹੰਝੂ ਪੂੰਝਿਆ ਏ ਤਾਂ ਤੂੰ ਬੈਠ ਇੱਥੇ, ਜੇ ਸੀਨੇ 'ਚ ਤੇਰੇ ਦਰਦ ਹੈ ਤਾਂ ਤੂੰ ਬੈਠ ਇੱਥੇ, ਜੇ ਕਿਸੇ ਦਾ ਹੰਝੂ ਪੂੰਝਿਆ ਏ ਤਾਂ ਤੂੰ ਬੈਠ ਇੱਥੇ, ਜੇ ਸੀਨੇ 'ਚ ਤੇਰੇ ਦਰਦ ਹੈ ਤਾਂ ਤੂੰ ਬੈਠ ਇੱਥੇ। ਪਿਆਰੇ ਦਾ ਨਾਂ ਲਿਖਿਆ ਹੈ ਜੇ ਕਰ ਤਲੀ ਤੇ ਤਾਂ ਤੂੰ ਬੈਠ ਇੱਥੇ, ਪਿਆਰੇ ਦਾ ਨਾਂ ਲਿਖਿਆ ਹੈ ਜੇ ਕਰ ਤਲੀ ਤੇ ਤਾਂ ਤੂੰ ਬੈਠ ਇੱਥੇ, ਅਦਬ ਨਾਲ ਜੇ ਹੈ ਮਿਟਾਇਆ ਤਾਂ ਤੂੰ ਬੈਠ ਇੱਥੇ। ਸੂਰਜ ਦੇ ਵਾਂਗੂ ਅਸਮਾਨ ਚਮਕੇ ਤਾਂ ਤੂੰ ਬੈਠ ਇੱਥੇ, ਸੂਰਜ ਦੇ ਵਾਂਗ ਅਸਮਾਨ ਚਮਕੇ ਤਾਂ ਤੂੰ ਬੈਠ ਇੱਥੇ, ਜਾਣਦਾ ਹੋਵੇਂ ਜੇ ਝੁਕਣਾ ਵੀ ਤਾਂ ਤੂੰ ਬੈਠ ਇੱਥੇ। ਸੂਰਜ ਦੇ ਵਾਂਗ ਅਸਮਾਨ ਚਮਕੇ ਤਾਂ ਤੂੰ ਬੈਠ ਇੱਥੇ, ਜਾਣਦਾ ਹੋਵੇਂ ਜੇ ਝੁਕਣਾ ਵੀ ਤਾਂ ਤੂੰ ਬੈਠ ਇੱਥੇ। ਦਾਨ ਦੇਵੇਂ ਜੇ ਸੱਜਾ ਹੱਥ ਨਾ ਖੱਬੇ ਨੂੰ ਪਤਾ ਹੋਵੇ, ਦਾਨ ਦੇਵੇ ਜੇ ਸੱਜਾ ਹੱਥ ਨਾ ਖੱਬੇ ਨੂੰ ਪਤਾ ਹੋਵੇ, ਜੇ ਐਸਾ ਦਾਨ ਕੀਤਾ ਹੈ ਕਦੇ ਤਾਂ ਤੂੰ ਬੈਠ ਇੱਥੇ। ਦਾਨ ਦੇਵੇ ਜੇ ਸੱਜਾ ਹੱਥ ਨਾ ਖੱਬੇ ਨੂੰ ਪਤਾ ਹੋਵੇ, ਜੇ ਐਸਾ ਦਾਨ ਕੀਤਾ ਹੈ ਕਦੇ ਤਾਂ ਤੂੰ ਬੈਠ ਇੱਥੇ। ਕੀ ਮੈਂ ਕਾਬਿਲ ਹਾਂ ਕਿ ਇੱਥੇ ਬੈਠ ਸਕਾਂ ਖੁਦ ਵੀ, ਜੇ ਐਸਾ ਪੁੱਛਿਆ ਖੁਦ ਨੂੰ ਤਾਂ ਤੂੰ ਵੀ ਬੈਠ ਇੱਥੇ। ਕੀ ਮੈਂ ਕਾਬਿਲ ਹਾਂ ਕਿ ਇੱਥੇ ਬੈਠ ਸਕਾਂ ਖੁਦ ਵੀ, ਜੇ ਐਸਾ ਪੁੱਛਿਆ ਖੁਦ ਨੂੰ ਤਾਂ ਤੂੰ ਵੀ ਬੈਠ ਇੱਥੇ। ਮਕਤਾ ਅਰਜ਼ ਹੈ ਜੀ। ਜੇ ਖੁਦ ਨਾਲ ਕੀਤੀਆਂ ਗੱਲਾਂ ਸਨੇਹੀ ਐ ਕਦੇ ਤੂੰ, ਦਿਖਾਵੇਂ ਮਹਿਫਲ 'ਚੋਂ ਉੱਠਣ ਦਾ ਜਿਗਰਾ ਤਾਂ ਤੂੰ ਬੈਠ ਇੱਥੇ। ਜੇ ਖੁਦ ਨਾਲ ਕੀਤੀਆਂ ਗੱਲਾਂ ਸਨੇਹੀ ਐ ਕਦੇ ਤੂੰ, ਦਿਖਾਵੇਂ ਮਹਿਫਲ 'ਚੋਂ ਉੱਠਣ ਦਾ ਜਿਗਰਾ ਤਾਂ ਤੂੰ ਬੈਠ ਇੱਥੇ। ਜੇ ਕਿਸੇ ਦਾ ਹੰਝੂ ਪੂੰਝਿਆ ਏ ਤਾਂ ਤੂੰ ਬੈਠ ਇੱਥੇ, ਜੇ ਸੀਨੇ 'ਚ ਤੇਰੇ ਦਰਦ ਹੈ ਤਾਂ ਤੂੰ ਬੈਠ ਇੱਥੇ, ਜੇ ਸੀਨੇ 'ਚ ਤੇਰੇ ਦਰਦ ਹੈ ਤਾਂ ਤੂੰ ਬੈਠ ਇੱਥੇ, ਜੇ ਸੀਨੇ 'ਚ ਤੇਰੇ ਦਰਦ ਹੈ ਤਾਂ ਤੂੰ ਬੈਠ ਇੱਥੇ। ਤੁਸੀਂ ਸੁਣ ਰਹੇ ਸੀ ਸਨੇਹੀ ਪਰਮਾਰ ਦੀ ਗੁਜਰਾਤੀ ਗਜ਼ਲ ਦਾ ਪੰਜਾਬੀ ਰੂਪਾਂਤਰਕਾਰ ਸਨ ਡਾਕਟਰ ਰਾਮ ਮੂਰਤੀ। ਵੱਖ-ਵੱਖ ਭਾਸ਼ਾਵਾਂ ਦੀਆਂ ਕਵਿਤਾਵਾਂ ਤੇ ਉਹਨਾਂ ਦੇ ਪੰਜਾਬੀ ਰੂਪਾਂਤਰ ਦੇ ਇਸ ਸ਼ਾਨਦਾਰ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਹੁਣ ਪੇਸ਼ ਕਰ ਰਹੇ ਹਾਂ ਕੰਨੜ ਭਾਸ਼ਾ ਦੀ ਕਵਿਤਾ, ਜਿਸ ਦਾ ਸਿਰਲੇਖ ਹੈ ਗੌਰਈਆ ਕਾ ਘੌਸਲਾ। ਇਸ ਕਵਿਤਾ ਦੇ ਰਚਨਾਕਾਰ ਨੇ ಭೀಮರಾಯ ಹೇಮ್ನೂರ್। ಕವನದ ಶೀರ್ಷಿಕೆ ಗುಬ್ಬಚ್ಚಿಯ ಗೂಡು. ಹಳೆಯದು ಹಳೆಯದು, ಅದೆಷ್ಟು ಹಳೆಯದೆಂದರೆ ಲಕ್ಷ ಕೋಟಿ ಮುತ್ತಾತಂದಿರ ತಾತನವರು ನಡೆದಾಡಿದ ನೆಲವಿದು. ಅದೆಷ್ಟು ಹಳೆಯದೆಂದರೆ ಲಕ್ಷ ಕೋಟಿ ಮುತ್ತಾತಂದಿರ ತಾತನವರು ನಡೆದಾಡಿದ ನೆಲವಿದು। ਤੁਸੀਂ ਸੁਣੀ ਭੀਮਰਾਇਆ ਹੇਮਨੂਰ ਦੀ ਕੰਨੜ ਕਵਿਤਾ ਗੌਰਈਆ ਕਾ ਘੌਸਲਾ। ਲਹੁਣ ਪੇਸ਼ ਹੈ ਇਸ ਕਵਿਤਾ ਦਾ ਪੰਜਾਬੀ ਰੂਪਾਂਤਰਕਾਰ ਨੇ ਡਾਕਟਰ ਲਖਵਿੰਦਰ ਜੌਲ। ਇਸ ਕਵਿਤਾ ਰਾਹੀਂ ਕਵੀ ਇਨਸਾਨੀ ਸੱਭਿਅਤਾ ਦੀ ਪੁਰਾਤਨਤਾ
ਤੇ ਚਿੜੀ ਦੇ ਆਲਣੇ ਦੀ ਨਵੀਂ ਹੋਈ ਉਸਾਰੀ ਨੂੰ ਬਿਆਨ ਕਰ ਰਿਹਾ ਹੈ। ਚਿੜੀ ਦਾ ਆਲਣਾ ਪੁਰਾਣਾ ਹੈ, ਇੰਨਾ ਪੁਰਾਣਾ ਕਿ ਲੱਖਾਂ ਕਰੋੜਾਂ ਪੜਦਾਦਿਆਂ, ਉਹਨਾਂ ਦੇ ਵੀ ਪੜਦਾਦਿਆਂ ਦੀ ਚਲਦੀ ਫਿਰਦੀ ਜ਼ਮੀਨ ਹੈ ਇਹ। ਪੁਰਾਣਾ ਹੈ, ਇੰਨਾ ਪੁਰਾਣਾ ਕਿ ਲੱਖਾਂ ਕਰੋੜਾਂ ਪੜਦਾਦਿਆਂ, ਉਹਨਾਂ ਦੇ ਵੀ ਪੜਦਾਦਿਆਂ ਦੀ ਚਲਦੀ ਫਿਰਦੀ ਜ਼ਮੀਨ ਹੈ ਇਹ। ਉਹਨਾਂ ਦੇ ਸਾਹਾਂ ਤੇ ਆਹਾਂ ਨਾਲ ਬਣੀ ਹੋਈ ਹਵਾ ਪੀ ਕੇ ਪੈਦਾ ਹੋਇਆ ਪਾਣੀ। ਉਹਨਾਂ ਦੇ ਸਾਹਾਂ ਤੇ ਆਹਾਂ ਨਾਲ ਬਣੀ ਹੋਈ ਹਵਾ ਪੀ ਕੇ ਪੈਦਾ ਹੋਇਆ ਪਾਣੀ। ਵਣ ਮਾਨਸ ਤੋਂ ਮਾਨਵ ਤੱਕ ਫੈਲੀ ਹੋਈ ਇਹ ਅੱਗ। ਉਹਨਾਂ ਦੇ ਬਾਲ ਬੱਚਿਆਂ ਲਈ ਇਹ ਚੰਦਰਮਾ, ਇਹ ਤਾਰੇ ਦਿਖਾ ਦਿਖਾ ਕੇ ਖਿਡਾਇਆ। ਸੂਰਜ ਦੀ ਰੌਸ਼ਨੀ ਕਿੰਨੇ ਦਿਨ ਚਮਕੀ, ਇਸ ਦਾ ਹਿਸਾਬ ਨਹੀਂ ਕੋਈ। ਸੂਰਜ ਦੀ ਰੋਸ਼ਨੀ ਕਿੰਨੇ ਦਿਨ ਚਮਕੀ, ਇਸ ਦਾ ਹਿਸਾਬ ਨਹੀਂ ਕੋਈ। ਕੁਝ ਵੀ ਨਵਾਂ ਨਹੀਂ, ਸਭ ਕੁਝ ਪੁਰਾਣਾ ਹੈ। ਖੇਤ ਖਲਵਾੜ, ਇਹ ਝੀਲਾਂ ਤਲਾਬ, ਨਦੀ ਨਾਲੇ ਪਹਾੜ ਚੋਟੀਆਂ, ਹਰੇ ਭਰੇ ਖੇਤਾਂ ਵਿੱਚ ਵਲ ਖਾਂਦੀਆਂ ਰਾਮ ਰਾਵਣ ਦੇ ਪੈਰ ਚਿੰਨ੍ਹਾਂ ਵਾਲੀਆਂ ਸੜਕਾਂ। ਮੀਂਹ ਗਰਮੀ ਠੰਡ ਦੀ ਚਾਦਰ, ਚਾਦਰ ਵਿੱਚ ਲਿਪਟੇ ਹੋਏ ਭੂਤ ਪ੍ਰੇਤ, ਪੇਟ ਪਾਲਣ ਲਈ ਬੋਲੇ ਹੋਏ ਝੂਠ। ਚਿੱਕੜ 'ਚ ਲੁਕੇ ਹੋਏ ਕੰਡੇ, ਜ਼ਿੰਦਗੀ ਨੂੰ ਭਰਪੂਰ ਕਰਦੇ ਸੁਪਨੇ, ਸੁਪਨੇ ਵਿੱਚ ਸ਼ੀਸ਼ੇ ਤੋੜਦੇ ਮਨ। ਚਾਦਰ ਵਿੱਚ ਲਿਪਟੇ ਹੋਏ ਭੂਤ ਪ੍ਰੇਤ, ਪੇਟ ਪਾਲਣ ਲਈ ਬੋਲੇ ਹੋਏ ਝੂਠ। ਚਿੱਕੜ 'ਚ ਲੁਕੇ ਹੋਏ ਕੰਡੇ, ਜ਼ਿੰਦਗੀ ਨੂੰ ਭਰਪੂਰ ਕਰਦੇ ਸੁਪਨੇ, ਸੁਪਨੇ ਵਿੱਚ ਸ਼ੀਸ਼ੇ ਤੋੜਦੇ ਮਨ। ਅਸਮਾਨ ਛੋਹ ਕੇ ਜ਼ਮੀਨ ਵਿੱਚ ਧਸੀਆਂ ਟੀਸੀਆਂ, ਆਸਮਾਨ ਛੋਹ ਕੇ ਜ਼ਮੀਨ ਵਿੱਚ ਧਸੀਆਂ ਟੀਸੀਆਂ। ਟੀਸੀਆਂ ਦੇ ਹੇਠਾਂ ਵਸੀਆਂ ਝੁੱਗੀਆਂ, ਝੁੱਗੀਆਂ 'ਚ ਖਿੜੇ ਗੁਲਾਬ, ਗੁਲਾਬਾਂ ਦੀ ਖੁਸ਼ਬੂ ਨਾਲ ਭਰੇ ਹੋਏ ਸਾਹ ਤੇ ਉਹਨਾਂ ਸਾਹਾਂ ਦੀ ਸੁਗੰਧ ਹੈ ਇਹ। ਸਭ ਕੁਝ ਪੁਰਾਣਾ ਹੈ। ਝੁੱਗੀਆਂ 'ਚ ਖਿੜੇ ਗੁਲਾਬ, ਗੁਲਾਬਾਂ ਦੀ ਖੁਸ਼ਬੂ ਨਾਲ ਭਰੇ ਹੋਏ ਸਾਹ ਤੇ ਉਹਨਾਂ ਸਾਹਾਂ ਦੀ ਸੁਗੰਧ ਹੈ ਇਹ। ਸਭ ਕੁਝ ਪੁਰਾਣਾ ਹੈ, ਪਰ ਫਿਰ ਵੀ ਤਾਜ਼ਾ ਹੈ ਇਸ ਦਾ ਅਹਿਸਾਸ। ਪਰ ਫਿਰ ਵੀ ਤਾਜ਼ਾ ਹੈ ਇਸ ਦਾ ਅਹਿਸਾਸ। ਪੁਰਾਣੀ ਝੁੱਗੀ ਦੇ ਆਲਣੇ 'ਚ ਅਟਕੀ ਚਿੜੀ ਦਾ ਇਹੀ ਹੈ ਨਵਾਂ ਘਰ। ਸਮਝੋ ਬਿਲਕੁਲ ਨਵਾਂ। ਇਸੇ ਭਾਵਨਾ ਨਾਲ ਭਰਪੂਰ ਹੈ ਚਿੜੀ ਦਾ ਪਰਿਵਾਰ। ਝੁੱਗੀ ਦਾ ਮਾਲਕ ਆਲਣੇ ਨੂੰ ਉਖਾੜ ਸੁੱਟਣ ਤੱਕ। ਝੁੱਗੀ ਦਾ ਮਾਲਕ ਆਲਣੇ ਨੂੰ ਉਖਾੜ ਸੁੱਟਣ ਤੱਕ। ਤੁਸੀਂ ਸੁਣ ਰਹੇ ਸੀ ਭੀਮ ਰਾਇਆ ਹੇਮਨੂਰ ਦੀ ਕੰਨੜ ਕਵਿਤਾ ਗੌਰਈਆ ਕਾ ਘੌਸਲਾ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਸਨ ਡਾਕਟਰ ਲਖਵਿੰਦਰ ਜੌਹਲ। ਲਓ ਹੁਣ ਸੁਣੋ ਨਿਖਤ ਸਾਹਿਬਾ ਦੀ ਕਸ਼ਮੀਰੀ ਕਵਿਤਾ ਜਿਸ ਦਾ ਸਿਰਲੇਖ ਹੈ ਸ਼ਬਦ ਸੰਮੁਖ। नज़म छन शुर निमन मदरस दपस पर इल्फ सूद अल्लाह मंगम नाबद दिमस बर्फी पलो अशदार की सारम हरीरियु जाम पुशरावस तो कुन सात यथै पहरस खंडस रूशित परस पतकिन बिहित वदन पहरा करित बेयम खन मंज। नज़म छन वेस दपस समखो तो सारी काम त्रवित वाते मंगस कह राय मसलन पेट तहावेम तजुर्बन हुनगाश दपस दगछम दवा बावेम वदस ब्रोहकन तो वद वापस। ਤੁਸੀਂ ਸੁਣ ਰਹੇ ਸੀ ਨਿਖਤ ਸਾਹਿਬਾ ਦੀ ਕਸ਼ਮੀਰੀ ਕਵਿਤਾ ਸ਼ਬਦ ਸੰਮੁਖ। ਲਓ ਹੁਣ ਪੇਸ਼ ਇਸ ਕਵਿਤਾ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਨੇ ਡਾਕਟਰ ਜਸਲੀਨ ਕੌਰ। ਕਵਿਤਾ ਰਾਹੀਂ ਕਵਿਤਰੀ ਕਵਿਤਾ ਦੇ ਅਸਲ ਸਰੂਪ ਦੀ ਗੱਲ ਕਰ ਰਹੀ ਹੈ। ਕਵਿਤਾ ਬੱਚਾ ਨਹੀਂ ਹੈ। ਕਵਿਤਾ ਬੱਚਾ ਨਹੀਂ ਹੈ ਜਿਸ ਨੂੰ ਪੜ੍ਹਾ ਸਕਿਆ ਜਾਵੇ ਤੇ ਸਮਝਾਇਆ ਜਾਵੇ ਅਲਿਫ ਤੋਂ ਅੱਲਾ। ਕਵਿਤਾ ਬੱਚਾ ਨਹੀਂ ਹੈ ਜਿਸ ਨੂੰ ਪੜ੍ਹਾ ਸਕਿਆ ਜਾਵੇ ਤੇ ਸਮਝਾਇਆ ਜਾਵੇ ਅਲਿਫ ਤੋਂ ਅੱਲਾ। ਮੰਗੇ ਮਿੱਠਾ ਜੋ ਤਾਂ ਦੇਵਾਂ ਬਰਫੀ, ਮੰਗੇ ਮਿੱਠਾ ਜੋ ਤਾਂ ਦੇਵਾਂ ਬਰਫੀ। ਗੁੱਡੀਆਂ ਪਟੋਲਿਆਂ ਲਈ ਕੱਪੜੇ ਮੰਗੇ ਤਾਂ ਦੇਵਾਂ ਕੱਪੜੇ ਕਾਗਜ਼ ਦੇ। ਤੇ ਜੋ ਕਿਸੇ ਪਲ ਰੁੱਸ ਕੇ ਦਰਵਾਜ਼ੇ ਪਿੱਛੇ ਰੋਵੇ ਆ ਜਾਵੇ ਤੇ ਬੈਠੇ ਗੋਦੀ ਵਿੱਚ। ਕਵਿਤਾ ਦੋਸਤ ਨਹੀਂ ਹੈ। ਕਵਿਤਾ ਦੋਸਤ ਨਹੀਂ ਹੈ ਜੋ ਆਖਾਂ ਮਿਲਦੇ ਨੇ ਭਾਵੇਂ ਹਰ ਕੰਮ ਛੱਡ ਕੇ ਆਉਣ ਨੂੰ ਕਹਾਂ। ਮੰਗੋ ਕੋਈ ਸੁਝਾਅ ਸਮੱਸਿਆਵਾਂ ਤੇ ਤਾਂ ਬਲ ਜਾਵੇ ਆਪਣੇ ਤਜਰਬੇ ਦੇ ਆਧਾਰ ਤੇ। ਦੱਸਾਂ ਦਰਦ ਹੈ ਦਾਵਾ ਦੱਸੇ, ਸਾਹਮਣੇ ਰੋ ਪਵਾਂ ਤਾਂ ਰੋ ਪਵੇ ਉਹ ਵੀ। ਪੁੱਛੋ ਜੇ ਦੱਸਦਾ ਹੈ ਕੋਈ ਨਵਾਂ ਰਾਹ ਤੇ ਆਖੇ ਚੱਲ ਤੇ ਮੈਂ ਵੀ ਹਾਂ ਨਾਲ ਨਾਲ। ਕਵਿਤਾ ਨਹੀਂ ਹੈ ਪਤਝੜ ਦਾ ਪੀਲਾ ਪੱਤਾ
ਇਕੱਠੇ ਕਰ ਫੂਕ ਦੇਵਾਂ, ਜਿਸ ਨਾਲ ਉਲਝਣ ਸੁਲਝੇ। ਤੁਰਾਂ ਉਸ ਦੇ ਉੱਪਰ ਮਸਲ ਦੇਵਾਂ ਪੈਰਾਂ ਥੱਲੇ, ਤੇ ਪ੍ਰਤੀਕਿਰਿਆ ਵਿੱਚ ਕੁਝ ਪਲ ਆ ਕਰਕੇ ਆਤਮ ਸਮਰਪਣ ਕਰ ਦੇਵੇ ਬਰਫ਼ ਦੀ ਚੱਦਰ ਹੇਠਾਂ। ਤੇ ਬਸੰਤ ਕਿੱਥੇ ਯਾਦ ਰੱਖਦੀ ਹੈ ਕਿ ਕਿੱਥੇ ਗਏ ਕਿਤਾਬਾਂ ਦੇ ਸਫ਼ੇ। ਬਸੰਤ ਕਿੱਥੇ ਯਾਦ ਰੱਖਦੀ ਹੈ ਕਿ ਕਿੱਥੇ ਗਏ ਕਿਤਾਬਾਂ ਦੇ ਸਫ਼ੇ। ਕਵਿਤਾ ਅੰਨ ਨਹੀਂ, ਕਵਿਤਾ ਅੰਨ ਨਹੀਂ ਜਿਸ ਨੂੰ ਰਿੰਨਿਆ ਜਾਵੇ ਸੋਚ ਕੇ, ਸਮਝ ਕੇ, ਸਿੱਖ ਕੇ। ਕਵਿਤਾ ਅੰਨ ਨਹੀਂ ਜਿਸ ਨੂੰ ਰਿੰਨਿਆ ਜਾਵੇ ਸੋਚ ਕੇ, ਸਮਝ ਕੇ, ਸਿੱਖ ਕੇ, ਤੇ ਜਿਸ ਵਿੱਚ ਮਿਲਾਏ ਜਾਣ ਆਪਣੀ ਆਪਣੀ ਪਸੰਦ ਦੇ ਸਵਾਦ, ਤੇ ਜਿਸ ਵਿੱਚ ਮਿਲਾਏ ਜਾਣ ਆਪਣੀ ਆਪਣੀ ਪਸੰਦ ਦੇ ਸਵਾਦ। ਏਸੀ ਨਿਗਹਤ ਸਾਹਿਬਾ ਦੀ ਕਸ਼ਮੀਰੀ ਕਵਿਤਾ ਸ਼ਬਦ ਸੰਮੁਖ ਦਾ ਪੰਜਾਬੀ ਰੂਪਾਂਤਰਕਾਰ ਸਨ ਡਾਕਟਰ ਜਸਲੀਨ ਕੌਰ। ਹੁਣ ਪੇਸ਼ ਕਰ ਰਹੇ ਹਾਂ ਡਾਕਟਰ ਹਨੂਮੰਤ ਪੀ ਚੌਪੜੇਕਰ ਦੀ ਲਿਖੀ ਕੋंकणी कविता, जिस ਦਾ ਸਿਰਲੇਖ ਹੈ आई। कवितेचे नाव आसा आई। मोगाळ आई, नमस्कार. तुझे पत्र पावले. वाचून खंत भोगली काय खोशी हाचेर अजून निर्णय जावचो आसा. पूण अजाप पळय, एकूय शब्द बरोवंक नासलेल्या तुज्या पत्रांत उतरांची उणीव कशीच भासली ना. हांव जाणा आई, तूं रागार जालें. ਤੁਸੀਂ ਸੁਣ ਰਹੇ ਸੀ ਡਾਕਟਰ ਹਨੂਮੰਤ ਪੀ ਚੌਪੜੇਕਰ ਦੀ ਕੋंकणी ਕਵਿਤਾ ਆਈ। ਲਓ ਹੁਣ ਸੁਣੋ ਇਸ ਕਵਿਤਾ ਦਾ ਪੰਜਾਬੀ ਰੂਪਾਂਤਰਕਾਰ ਨੇ ਮਨਜਿੰਦਰ ਸਿੰਘ ਧਨੋਆ। ਕਵਿਤਾ ਰਾਹੀਂ ਕਵੀ ਰੋਜ਼ੀ ਰੋਟੀ ਦੀ ਤਲਾਸ਼ 'ਚ ਪਿੰਡ 'ਚੋਂ ਸ਼ਹਿਰ ਗਏ ਪੁੱਤਰ ਵੱਲੋਂ ਮਾਂ ਦੀ ਮਮਤਾ, ਰਿਸ਼ਤਿਆਂ ਦੇ ਨਿੱਘ ਤੇ ਪਿੰਡਾਂ ਦੇ ਖੁੱਲ੍ਹੇਪਣ ਦਾ ਭਾਵਪੂਰਨ ਦ੍ਰਿਸ਼ ਪੇਸ਼ ਕਰਦਾ ਹੈ। ਪਿਆਰੀ ਮਾਂ ਪ੍ਰਣਾਮ। ਤੇਰਾ ਖਤ ਮਿਲਿਆ, ਪੜ੍ਹ ਕੇ ਦੁੱਖ ਹੋਇਆ ਕਿ ਆਨੰਦ ਇਸ ਦਾ ਨਿਰਣਾ ਬਾਕੀ ਹੈ। ਮਾਂ, ਤੇਰੇ ਖਤ ਵਿੱਚ ਇੱਕ ਵੀ ਸ਼ਬਦ ਨਹੀਂ ਸੀ, ਪਰ ਸ਼ਬਦਾਂ ਦੀ ਕਮੀ ਮਹਿਸੂਸ ਨਾ ਹੋਈ। ਮਾਂ, ਮੈਂ ਜਾਣਦਾ ਹਾਂ ਪਿਛਲੀ ਦੀਵਾਲੀ 'ਤੇ ਮੈਂ ਆ ਨਹੀਂ ਸੀ ਸਕਿਆ, ਤੇ ਗਣੇਸ਼ ਉਤਸਵ ਦੇ ਮੌਕੇ ਵੀ ਇੱਕ ਰਾਤ ਨਾ ਰੁਕ ਸਕਿਆ। ਤੇ ਹੁਣ ਮਈ ਦੀਆਂ ਛੁੱਟੀਆਂ ਵਿੱਚ ਬੱਚਿਆਂ ਦੇ ਕੈਂਪ ਸ਼ੁਰੂ ਹੋ ਗਏ ਹਨ। ਛੋਟਾ ਗੋਆ ਜਾਣ ਦੀ ਜਿੱਦ ਕਰ ਰਿਹਾ ਹੈ। ਮਾਂ, ਕਿਉਂ ਝੂਠ ਕਹਾਂ, ਹੋ ਸਕਦਾ ਆਉਣ ਵਾਲੇ ਕਿਸੇ ਤਿਉਹਾਰ 'ਤੇ ਵੀ ਨਾ ਆ ਸਕਾਂ। ਮਾਂ, ਤੂੰ ਕਹਿੰਦੀ ਸੀ ਕਿ ਜੋ ਪੰਛੀ ਪਿੰਡ ਛੱਡ ਜਾਣ ਉਹ ਵਾਪਸ ਨਹੀਂ ਆਉਂਦੇ। ਸ਼ਹਿਰ ਦੀ ਚਕਾਚੌਂਧ ਵਿੱਚ ਉਹਨਾਂ ਨੂੰ ਪਿੰਡ ਚੇਤੇ ਨਹੀਂ ਆਉਂਦਾ। ਪਰ ਮਾਂ, ਮੈਂ ਸੱਚ ਕਹਿ ਰਿਹਾ ਹਾਂ, ਹਰ ਚਮਕਣ ਵਾਲੀ ਵਸਤੂ ਸੋਨਾ ਨਹੀਂ ਹੁੰਦੀ, ਕਿਉਂਕਿ ਇੱਥੇ ਜਿਉਣ ਲਈ ਹਰ ਪਲ ਮਰਨਾ ਪੈਂਦਾ। ਮਰਨ ਉਪਰੰਤ ਦਿਲ 'ਤੇ ਕੰਕਰੀਟ ਪਾਇਆ ਜਾਂਦਾ, ਮਨ ਰੋਗੀ ਹੋ ਜਾਂਦਾ, ਨਸਾਂ ਡਰ ਜਾਂਦੀਆਂ, ਸਹਿਮ ਜਾਂਦੀਆਂ। ਇਸ ਤਰ੍ਹਾਂ ਦੇ ਡਰਾਉਣੇ ਮੌਸਮ ਵਿੱਚ ਇੱਕੋ ਹੀ ਰਾਹ ਦਿਸਦੀ ਹੈ। ਮੇਰੇ ਪੈਰ ਉਸ ਰਸਤੇ ਵੱਲ ਭੱਜ ਉੱਠਦੇ ਹਨ। ਉਹ ਰਾਹ ਮੈਨੂੰ ਮੇਰੇ ਛੋਟੇ ਜਿਹੇ ਪਿੰਡ ਲਿਆ ਕੇ ਛੱਡ ਦਿੰਦੀ ਹੈ। ਹਰੇ ਭਰੇ ਖੇਤ, ਬਾਗ ਬਗੀਚੇ, ਰੁੱਖਾਂ ਦੀਆਂ ਕਤਾਰਾਂ, ਢੋਲ ਢਮੱਕਿਆਂ ਦੀ ਆਵਾਜ਼, ਮਿੱਟੀ ਦੀਆਂ ਡਿੱਗਾਂ, ਪੇੜ ਪੌਦੇ, ਪਹਾੜ, ਮਿੱਠੀਆਂ ਨਦੀਆਂ, ਸਭ ਅੱਖਾਂ ਮੂਹਰੇ ਆ ਜਾਂਦਾ। ਸੱਚ ਕਹਿੰਦਾ ਹਾਂ ਮਾਂ, ਇਸ ਤੇਜ਼ ਰੋਸ਼ਨੀ ਵਿੱਚ ਜਿਉਂ-ਜਿਉਂ ਮੈਂ ਪਰੇਸ਼ਾਨ ਹੋ ਜਾਂਦਾ ਹਾਂ, ਲੜਖੜਾਉਂਦਾ ਹਾਂ, ਡਗਮਗਾਉਂਦਾ ਹਾਂ, ਤਦ ਤੇਰੇ ਨਿੱਘੇ ਹੱਥ ਮੇਰਾ ਸਾਥ ਦਿੰਦੇ ਨੇ, ਮੈਨੂੰ ਜਿਉਣਾ ਸਿਖਾਉਂਦੇ ਹਨ। ਮਾਂ, ਹਰ ਦੁਪਹਿਰ ਰਾਤ ਦੀ ਰੋਟੀ ਸਮੇਂ ਤੇਰੀ ਬਹੁਤ ਯਾਦ ਆਉਂਦੀ ਹੈ। ਮੇਜ਼ 'ਤੇ ਰੱਖੀ ਥਾਲੀ ਨੱਚਣ ਲੱਗਦੀ ਹੈ। ਤੇਰੇ ਹੱਥਾਂ ਦਾ ਬਣਾਇਆ ਉਹ ਰੁੱਖਾ ਸੁੱਖਾ ਸਵਾਦੀ ਖਾਣਾ। ਪਿਆਰੀ ਮਾਂ, ਮੈਂ ਉਹ ਕਿਵੇਂ ਭੁੱਲ ਸਕਦਾ ਉਹ ਦਿਨ, ਖਾਲੀ ਬੋਝਾ ਹੁੰਦੇ ਹੋਏ ਵੀ ਪੂਰੀ ਗਰਮਜੋਸ਼ੀ ਨਾਲ ਸਾਡਾ ਢਿੱਡ ਭਰਨਾ ਚੁੱਪਚਾਪ। ਨਹੀਂ ਮਾਂ, ਨਹੀਂ, ਸ਼ਹਿਰ ਵੱਲ ਉੱਡੇ ਸਾਰੇ ਪੰਛੀ ਇੱਕੋ ਜਿਹੇ ਨਹੀਂ ਹੁੰਦੇ। ਉਹਨਾਂ ਵਿੱਚੋਂ ਕੋਈ ਹੈਰਾਨ ਤਾਂ ਹੋ ਸਕਦਾ ਹੈ, ਪਰ ਗਵਾਚਦਾ ਨਹੀਂ। ਸੰਗਮਰਮਰੀ ਫਰਸ਼ ਨਾਲ ਸਜੀ ਧਰਤ 'ਤੇ ਵੀ ਪੈਰ ਜਮਾ ਕੇ ਚੱਲਦਾ ਹੈ, ਅਡੋਲ ਖੜਾ ਰਹਿੰਦਾ ਹੈ। ਭੀੜ ਭੜੱਕੇ ਵਿੱਚ ਇਕੱਲਾ ਰਹਿ ਜਾਂਦਾ ਹੈ ਉਹ, ਪਰ ਮਾਂ, ਇਕੱਲੇਪਣ ਦੇ ਕੰਢੇ ਜਿਉਂ-ਜਿਉਂ ਉਸ ਦੇ ਮਨ ਵਿੱਚ ਚੁਭਦੇ ਹਨ, ਤਦ ਉਸ ਦੇ ਗਲੇ ਦੀ ਥੁੱਕ ਵੀ ਸੁੱਕ ਜਾਂਦੀ ਹੈ। ਸ਼ਹਿਰ ਦੀ ਹੁਮਸ ਵਿੱਚ ਕੁੱਟ-ਕੁੱਟ ਮਰਦਾ ਉਹ ਪਿੰਡ ਦੀ ਸਾਫ਼ ਹਵਾ ਲੱਭਦਾ ਹੈ। ਤੇਰੀ ਮਮਤਾ ਦਾ ਸਰੋਤ ਲੱਭਦਾ ਹੈ, ਤੇਰੀ ਮਮਤਾ ਦਾ ਸਰੋਤ ਲੱਭਦਾ ਹੈ। ਇਹ ਸੀ ਡਾਕਟਰ ਹਨੂਮੰਤ ਪੀ ਚੌਪੜੇਕਰ ਦੀ ਕੋंकणी ਕਵਿਤਾ ਆਈ ਦਾ ਪੰਜਾਬੀ ਰੂਪਾਂਤਰਕਾਰ ਸਨ ਮਨਜਿੰਦਰ ਸਿੰਘ ਧਨੋਆ। ਲਓ ਹੁਣ ਸੁਣੋ ਵਿਜੇਨਾਥ ਝਾ ਵੱਲੋਂ ਰਚੀ ਗਈ ਮੈਥਿਲੀ ਕਵਿਤਾ, ਜਿਸ ਦਾ ਸਿਰਲੇਖ ਹੈ ਭਾਰਤ ਮਹਾਨ, ਭਾਰਤ ਮਹਾਨ।
भारत महान उल्लास हमर परिचय प्रियता पथ पूरक सुंदर संग भनिता हमरा सो देशक नव स्वरूप सब देख रहल छवि सुंदरता बढ़ी रहल डेग बढ़ी रहल ज्ञान भारत महान भारत। ਤੁਸੀਂ ਸੁਣ ਰਹੇ ਸੀ ਵਿਜੈ ਨਾਥ ਝਾ ਦੀ ਮੈਥਿਲੀ ਕਵਿਤਾ ਭਾਰਤ ਮਹਾਨ। ਹੁਣ ਸੁਣੋ ਇਸ ਕਵਿਤਾ ਦਾ ਪੰਜਾਬੀ ਰੂਪਾਂਤਰਕਾਰ ਨੇ ਜਗਦੀਪ ਸਿੱਧੂ। ਇਸ ਕਵਿਤਾ ਵਿੱਚ ਕਵੀ ਨੇ ਮਹਾਨ ਭਾਰਤ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਨੂੰ ਬੜੇ ਪ੍ਰਤੀਕਾਤਮਕ ਢੰਗ ਨਾਲ ਦਰਸਾਇਆ ਹੈ। ਭਾਰਤ ਮਹਾਨ ਭਾਰਤ ਮਹਾਨ ਭਾਰਤ ਮਹਾਨ ਭਾਰਤ ਮਹਾਨ ਖੁਸ਼ੀ ਉਲਾਸ ਮੇਰੀ ਪਛਾਣ ਰਾਹ ਪੂਰਕ ਸੋਹਣਾ ਸਾਥ ਸਜਨਤਾ ਖੁਸ਼ੀ ਉਲਾਸ ਮੇਰੀ ਪਛਾਣ ਰਾਹ ਪੂਰਕ ਸੋਹਣਾ ਸਾਥ ਸਜਨਤਾ ਸਾਡੇ ਨਾਲ ਭਾਰਤ ਦਾ ਨਵਾਂ ਰੂਪ ਸਾਰੇ ਦੇਖ ਰਹੇ ਦਿੱਖ ਸੁੰਦਰਤਾ ਵਧ ਰਹੇ ਕਦਮ ਰਿਹਾ ਮਾਣ ਤਾਣ ਭਾਰਤ ਮਹਾਨ ਪੁਰਖੇ ਆਪਣੇ ਮੰਨੇ ਤੰਨੇ ਬਲੀਦਾਨੀ ਉਹਨਾਂ ਨੂੰ ਸਭ ਮੰਨਦੇ ਸਾਡਾ ਇਤਿਹਾਸ ਅਨੋਖਾ ਝੰਡਾ ਧਰਮ ਦਾ ਸਾਰੇ ਕਰ ਤਾਣਦੇ ਝੁਕਿਆ ਹਾਂ ਫਿਰ ਵੀ ਹੈ ਸਵੈਮਾਨ ਭਾਰਤ ਮਹਾਨ ਮਤਭੇਦ ਭਾਵੇਂ ਹਨ ਪਰ ਝੰਡਾ ਇੱਕ ਵਣ ਬਾਗ ਬਗੀਚੇ ਮੇਰੇ ਰੰਗ ਅਨੇਕ ਅਸੀਂ ਫੁੱਲ ਦੇ ਪ੍ਰੇਮੀ ਚਾਹੇ ਬਾਗ ਬਗੀਚੇ ਜਾਂ ਹੋਣ ਖੇਤ ਤਨ ਮਨ ਉੱਨਤ ਪ੍ਰਧਾਨ ਭਾਰਤ ਮਹਾਨ ਜਾਣਨ ਸਭ ਸਾਡਾ ਫਰਜ਼ ਪ੍ਰੇਮ ਮਿਹਨਤ ਤਾਕਤ ਰਹੀ ਸਭ ਤੋਂ ਵਡੇਰਾ ਨੇਮ ਮੈਂ ਰਚਾ ਤਰੱਕੀ ਦੀ ਕਹਾਣੀ ਦੁਵਿਧਾ ਤੋਂ ਮੁਕਤ ਪੋਏ ਪਿਆਰ ਪ੍ਰਗਤੀਸ਼ੀਲ ਸੋਹਣਾ ਸਾਡੀ ਜਾਨ ਭਾਰਤ ਮਹਾਨ ਇਹ ਸੀ ਵਿਜੈ ਨਾਥ ਝਾ ਦੀ ਮੈਥਿਲੀ ਕਵਿਤਾ ਭਾਰਤ ਮਹਾਨ ਦਾ ਪੰਜਾਬੀ ਰੂਪਾਂਤਰ ਕੀਤਾ ਸੀ ਜਗਦੀਪ ਸਿੱਧੂ ਨੇ। ਹੁਣ ਪੇਸ਼ ਕਰ ਰਹੇ ਹਾਂ ਪੀ ਰਮਨ ਦੀ ਲਿਖੀ ਮਲਿਆਲਮ ਕਵਿਤਾ ਜਿਸ ਦਾ ਸਿਰਲੇਖ ਹੈ ലംബി മൗത്ത്। നീണ്ട മരണം. നമ്മുടെ തൊട്ടടുത്ത മാനത്ത് കഴിഞ്ഞ 3-4 മാസമായി ഒരു കിളി ഉറക്കെ കരഞ്ഞുകൊണ്ട് ചാവുന്നു. ഇത്ര കാലം ഇങ്ങനെ കരയുമോ ഒരു കിളി ചാവാനല്ലാതെ? നമ്മുടെ തൊട്ടടുത്ത ਮਾਨਤ। ਤੁਸੀਂ ਸੁਣ ਰਹੇ ਸੀ ਪੀ ਰਮਨ ਦੀ ਮਲਿਆਲਮ ਕਵਿਤਾ ਲੰਬੀ ਮੌਤ। ਹੁਣ ਪੇਸ਼ ਹੈ ਇਸ ਕਵਿਤਾ ਦਾ ਪੰਜਾਬੀ ਰੂਪਾਂਤਰਕਾਰ ਨੇ ਜਸਵੰਤ ਜਫਰ। ਕਵਿਤਾ ਰਾਹੀਂ ਕਵੀ ਚਿੜੀਆਂ ਦੀ ਸਿਲਸਿਲੇਵਾਰ ਮੌਤ ਨੂੰ ਪ੍ਰਤੀਕ ਦੇ ਤੌਰ ਤੇ ਪ੍ਰਯੋਗ ਕਰਦਾ ਹੋਇਆ ਜ਼ਿੰਦਗੀ ਉੱਪਰ ਕਰਾਰੀ ਚੋਟ ਕਰਦਾ ਹੈ। ਸਾਡੇ ਐਨ ਲਾਗਲੇ ਅੰਬਰ 'ਚ ਪਿਛਲੇ 3-4 ਮਹੀਨਿਆਂ 'ਚ ਇੱਕ ਚਿੜੀ ਜ਼ਾਰ ਰੋਂਦੀ ਮਰਦੀ ਹੈ। ਸਾਡੇ ਐਨ ਲਾਗਲੇ ਅੰਬਰ 'ਚ ਪਿਛਲੇ 3-4 ਮਹੀਨਿਆਂ 'ਚ ਇੱਕ ਚਿੜੀ ਜ਼ਾਰ ਰੋਂਦੀ ਮਰਦੀ ਹੈ। ਜੇ ਮਰਨ ਲਈ ਨਹੀਂ ਤਾਂ ਕੀ ਕੋਈ ਚਿੜੀ ਇਸ ਤਰ੍ਹਾਂ ਰੋਏਗੀ ਇੰਨੇ ਦਿਨ? ਜੇ ਮਰਨ ਲਈ ਨਹੀਂ ਤਾਂ ਕੀ ਕੋਈ ਚਿੜੀ ਇਸ ਤਰ੍ਹਾਂ ਰੋਏਗੀ ਇੰਨੇ ਦਿਨ? ਕੀ ਮਰਨ ਲਈ ਉਹ ਇੱਦਾਂ ਰੋਏਗੀ ਲੰਮੇ ਸਮੇਂ ਤੱਕ? ਨਹੀਂ, ਉਹ ਇਕਲੌਤੀ ਚਿੜੀ ਨਹੀਂ ਹੋਏਗੀ। ਜੇ ਹੈ ਵੀ ਤਾਂ ਇਕਲੌਤੀ ਮੌਤ ਨਹੀਂ ਹੋਏਗੀ। ਉਹ ਇਕਲੌਤੀ ਚਿੜੀ ਨਹੀਂ ਹੋਏਗੀ। ਜੇ ਹੈ ਵੀ ਤਾਂ ਇਕਲੌਤੀ ਮੌਤ ਨਹੀਂ ਹੋਏਗੀ। ਤਾਂ ਕੀ ਅਸੀਂ ਅਣਜਾਣ ਰਹਿ ਗਏ ਉਸ ਦੀਆਂ ਲੰਮੀਆਂ ਦੁਹਾਈਆਂ ਦੌਰਾਨ ਹੋਈਆਂ ਕਈ ਮੌਤਾਂ ਬਾਰੇ? ਤਾਂ ਕੀ ਅਸੀਂ ਅਣਜਾਣ ਰਹਿ ਗਏ ਉਸ ਦੀਆਂ ਲੰਮੀਆਂ ਦੁਹਾਈਆਂ ਦੌਰਾਨ ਹੋਈਆਂ ਕਈ ਮੌਤਾਂ ਬਾਰੇ? ਪਹਿਲੀ ਗੱਲ, ਇਸ ਤਰ੍ਹਾਂ ਰੋ ਕੇ ਕਈ ਵਾਰ ਨਹੀਂ ਮਰਦੀ। ਕਈ ਵਾਰ ਮਰਦੀ ਤਾਂ ਇੰਝ ਰੋਏਗੀ ਨਹੀਂ। ਪਹਿਲੀ ਗੱਲ, ਇਸ ਤਰ੍ਹਾਂ ਰੋ ਕੇ ਕਈ ਵਾਰ ਨਹੀਂ ਮਰਦੀ। ਕਈ ਵਾਰ ਮਰਦੀ ਤਾਂ ਇੰਝ ਰੋਏਗੀ ਨਹੀਂ। ਜੇ ਇੰਝ ਰੋਂਦੀ ਤੇ ਇੰਝ ਮਰਦੀ ਹੈ ਤਾਂ ਪੱਕੀ ਗੱਲ ਹੈ ਕਿ ਅਗਲੀ ਚਿੜੀ ਨੂੰ ਆਪਣੀ ਦੁਹਾਈ ਸੌਂਪ ਕੇ ਹਰ ਵਾਰ ਇੱਕ ਹੋਰ ਚਿੜੀ ਮਰਦੀ ਹੈ
ਤਾਂ ਪੱਕੀ ਗੱਲ ਕਿ ਅਗਲੀ ਚਿੜੀ ਨੂੰ ਆਪਣੀ ਦੁਹਾਈ ਸੌਂਪ ਕੇ ਹਰ ਵਾਰ ਇੱਕ ਹੋਰ ਚਿੜੀ ਮਰਦੀ ਹੈ ਸਾਡੇ ਐਨ ਲਾਗਲੇ ਅੰਬਰ ਤੇ, ਸਾਡੇ ਐਨ ਲਾਗਲੇ ਅੰਬਰ ਤੇ। ਇਹ ਸੀ ਪੀ ਰਮਨ ਦੀ ਮਲਿਆਲਮ ਕਵਿਤਾ ਲੰਬੀ ਮੌਤ ਦਾ ਪੰਜਾਬੀ ਰੂਪ। ਰੂਪਾਂਤਰਕਾਰ ਸਨ ਜਸਵੰਤ ਜਫਰ। ਹੁਣ ਪੇਸ਼ ਕਰ ਰਹੇ ਹਾਂ ਜੋਧ ਚੰਦਰਾ ਸਨਾਸਮ ਦੀ ਮਣੀਪੁਰੀ ਕਵਿਤਾ ਸਿਰਲੇਖ ਨਿਰੰਤਰ ਖੋਜ। ꯑꯩꯒꯤ ꯁꯩꯔꯦꯡꯒꯤ ꯃꯃꯤꯡ ꯊꯤꯈꯤꯒꯅꯤ ꯃꯈꯥ ꯇꯥꯅ ꯍꯥꯏꯅꯕꯗꯥꯏ ꯁꯤꯔꯕ ꯃꯇꯨꯡ ꯑꯁꯤ ꯂꯝꯗ ꯆꯠꯈꯤꯕꯕꯨ ꯏꯟꯈ꯭ꯔꯕꯅꯤ ꯃꯍꯥꯛ ꯁꯖꯤꯛ ꯊꯕꯥꯒꯤ ꯈꯨꯗꯨꯡ ꯂꯧꯗꯨꯅ ꯑꯗꯨꯅ ꯆꯠꯂꯕꯔꯥ ꯑꯩꯁꯨ ꯑꯁꯤ ꯂꯝꯗ ꯃꯔꯝꯗꯤ ꯀꯣꯏꯟ ꯏꯟꯅꯗꯨꯅ ꯊꯤꯔꯤꯕꯅꯤ ꯑꯩꯒꯤ ਸਜਿਕ ਥਬਾਦੋ। ਤੁਸੀਂ ਸੁਣ ਰਹੇ ਸੀ ਜੋਧ ਚੰਦਰਾ ਸਨਾਸਮ ਦੀ ਮਣੀਪੁਰੀ ਕਵਿਤਾ ਨਿਰੰਤਰ ਖੋਜ। ਹੁਣ ਪੇਸ਼ ਹੈ ਇਸ ਕਵਿਤਾ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਨੇ ਗੁਰਭਜਨ ਗਿੱਲ। ਕਵਿਤਾ ਵਿੱਚ ਦਰਸਾਇਆ ਗਿਆ ਹੈ ਕਿ ਕਵੀ ਦੇ ਮਨ ਵਿੱਚ ਹਮੇਸ਼ਾ ਕੁਝ ਲਿਖਣ ਦੀ ਬੇਚੈਨੀ ਬਣੀ ਰਹਿੰਦੀ ਹੈ। ਲੱਗਦਾ ਜਿਵੇਂ ਉਹ ਲਗਾਤਾਰ ਕਿਸੇ ਖੋਜ ਵਿੱਚ ਜੁਟਿਆ ਹੋਵੇ। ਇਹੀ ਖੋਜ ਉਸ ਦੀ ਅੰਤਹੀਣ ਜੀਵਨ ਯਾਤਰਾ ਹੈ। ਕੋਈ ਕਹਿੰਦਾ ਹੈ ਸਰਗੀ ਦੇ ਤਾਰੇ ਦਾ ਪਿੱਛਾ ਕਰਨਾ ਮਾਤਲੋਕ ਵਿੱਚ ਜਾਣ ਬਰਾਬਰ ਹੈ। ਇਸੇ ਲਈ ਲੱਗਦਾ ਕਿ ਮੈਂ ਵੀ ਮਾਤਲੋਕ ਜਾ ਰਿਹਾ ਹਾਂ, ਕਿਉਂਕਿ ਮੈਂ ਪਿੱਛਾ ਕਰ ਰਿਹਾ ਆਪਣੇ ਸਰਗੀ ਦੇ ਤਾਰੇ ਦਾ। ਤੁਰ ਰਿਹਾ ਉਹਨਾਂ ਅਣਵੇਖੇ ਰਾਹਾਂ 'ਤੇ ਜੋ ਮੈਨੂੰ ਜਾਣੇ ਪਛਾਣੇ ਲੱਗਦੇ ਨੇ। ਇਸ ਧਰਤੀ 'ਤੇ ਸੂਰਜ ਦੀਆਂ ਕਿਰਨਾਂ ਵਿੱਚ, ਚਾਨਣੀ ਰਾਤ ਦੀ ਠੰਡਕ ਵਿੱਚ, ਸਾਉਣ ਹਾੜ ਦੀ ਬਰਸਾਤ ਵਿੱਚ, ਪੋਹ ਦੀ ਤਰੇੜ ਵਿੱਚ, ਖਾਂਦੇ ਖਾਂਦੇ, ਸੁੱਤੇ ਸੁੱਤੇ, ਜਾਂਦੇ ਜਾਂਦੇ, ਜ਼ਿੰਦਗੀ ਦੇ ਪਹਿਲੇ ਪਹਿਰ ਇੱਕ ਦਿਨ ਵੇਖਿਆ ਸੀ ਮੈਂ ਆਪਣਾ ਸਰਗੀ ਦਾ ਤਾਰਾ, ਚਮਕਦਾ ਲਿਸ਼-ਲਿਸ਼ ਕੰਦੜਾ ਮੇਰੇ ਜੀਵਨ ਵੇੜੇ ਵਿੱਚ ਬਾਂਸ ਦੀਆਂ ਟਾਹਣੀਆਂ 'ਤੇ। ਲੱਗਿਆ ਕਿ ਬਹੁਤ ਸੋਹਣਾ ਹੈ, ਬਹੁਤ ਸੁੰਦਰ ਹੈ ਪਹਿਲੀ ਨਜ਼ਰੇ। ਮਿਲ ਜਾਂਦਾ ਸੀ ਜਦ ਵੀ ਮੈਂ ਝਾਕਦਾ ਕੋਲ ਉੱਗੇ ਬਾਂਸ ਦੀਆਂ ਟਾਹਣੀਆਂ 'ਤੇ। ਕੋਲ ਆਇਆ ਫਿਰ ਦਿਨ ਦਿਨ ਉਹਦਾ ਹੁਸਨ ਲਿਸ਼ਕਿਆ ਨਿਸ ਦਿਨ, ਉਹਦਾ ਪਿਆਰ ਵੀ ਵੇਖਿਆ ਵਧਿਆ ਦਿਨ ਬ ਦਿਨ। ਇੱਕ ਦਿਨ ਮੇਰੀ ਉਹਦੀ ਮੁਲਾਕਾਤ ਹੋਈ ਮੇਰੇ ਜ਼ਿੰਦਗੀ ਦੇ ਵਿਹੜੇ 'ਚ। ਫਿਰ ਲੱਗਿਆ ਮੈਨੂੰ ਉਹ ਮੇਰੇ ਅੰਦਰ ਰਮ ਗਿਆ ਹੈ। ਉਦੋਂ ਤੋਂ ਅਦ੍ਰਿਸ਼ਟ ਹੋ ਗਈ ਹੈ ਉਹ ਮੈਨੂੰ ਇਕੱਲਿਆਂ ਛੱਡ ਕੇ। ਤ੍ਰਿਹਾਏ ਸਮੁੰਦਰ ਦੇ ਬੀਜ ਲੱਭ ਰਿਹਾ ਮੈਂ, ਅੱਗੇ ਤੋਂ ਵੀ ਢੂੰਡਾਂਗਾ ਆਪਣੇ ਸਰਗੀ ਦੇ ਤਾਰੇ ਨੂੰ। ਇਹੀ ਹੈ ਮੇਰੀ ਜੀਵਨ ਯਾਤਰਾ, ਇਹੀ ਹੈ ਮੇਰੀ ਜੀਵਨ ਯਾਤਰਾ। ਇਹ ਸੀ ਜੋਧ ਚੰਦਰ ਸਨਾਸਮ ਦੀ ਮਣੀਪੁਰੀ ਕਵਿਤਾ ਨਿਰੰਤਰ ਖੋਜ ਦਾ ਪੰਜਾਬੀ ਰੂਪ। ਰੂਪਾਂਤਰਕਾਰ ਸਨ ਗੁਰਭਜਨ ਗਿੱਲ। ਇਸ ਸਿਲਸਿਲੇ ਵਿੱਚ ਹੁਣ ਪੇਸ਼ ਕਰ ਰਹੇ ਹਾਂ ਪ੍ਰਦੀਪ ਨਿਫਾੜਕਰ ਦੀ ਮਰਾਠੀ ਕਵਿਤਾ ਜਿਸ ਦਾ ਸਿਰਲੇਖ ਹੈ ਪਾਲਕੀ। पालखी आणू नका दारात माझ्या, पालखी आणू नका दारात माझ्या, संत सारे नांदती देहात माझ्या, पालखी आणू नका दारात माझ्या। नामदेवाने पुन्हा शतकोटीसाठी, नामदेवाने पुन्हा शतकोटीसाठी, प्राण आता ओतला शब्दात माझ्या, पालखी आणू नका दारात माझ्या। तुसां सुनी प्रदीप निफाड़कर ਦੀ ਮਰਾਠੀ ਕਵਿਤਾ ਪਾਲਕੀ। ਹੁਣ ਪੇਸ਼ ਹੈ ਇਸ ਕਵਿਤਾ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਨੇ ਡਾਕਟਰ ਸੁਰਜੀਤ ਪਾਤਰ। ਇਸ ਰਹੱਸਵਾਦੀ ਕਵਿਤਾ ਵਿੱਚ ਕਵੀ ਮਹਿਸੂਸ ਕਰਦਾ ਹੈ ਜਿਵੇਂ ਉਸ ਦੇ ਮਨ ਅੰਦਰ ਸਾਰੇ ਸੰਤਾਂ ਮਹਾਤਮਾਵਾਂ ਦਾ ਨੂਰ ਘੁਲ ਗਿਆ ਹੋਵੇ। ਪਾਲਕੀ ਨਾ ਲੈ ਕੇ ਆਓ ਦੁਆਰ ਮੇਰੇ, ਰਹਿੰਦੇ ਨੇ ਹੁਣ ਸੰਤ ਸਾਰੇ ਮਨ 'ਚ ਮੇਰੇ। ਨਾਮਦੇਵ ਨੇ ਕੋਟੀ ਕੋਟੀ ਤੁਕ ਲਿਖਣ ਨੂੰ ਪ੍ਰਾਣ ਪਾ ਦਿੱਤੇ ਨੇ ਹੁਣ ਸ਼ਬਦਾਂ 'ਚ ਮੇਰੇ। ਸਾਵਤਾ ਮਾਲੀ ਹੈ ਦਿੰਦਾ ਰੋਜ਼ ਸਬਜ਼ੀ, ਭੋਜ ਕਰਦਾ ਵਿਸ਼ਵ ਹੁਣ ਵਿਹੜੇ 'ਚ ਮੇਰੇ। ਰੋਜ਼ ਬੁਣਦਾ ਹਾਂ ਮੈਂ ਇੱਕ ਖਾਬਾਂ ਦੀ ਚਾਦਰ, ਰੰਗ ਜਿਸ ਨੂੰ ਰਕਤ ਕਣ ਦਿੰਦੇ ਨੇ ਮੇਰੇ। ਜਲਿਆ ਜਦ ਪੰਜਾਬ ਤਾਂ ਫਿਰ ਸਿਮ ਆਏ, ਅਥਰੂ ਨਾਨਕ ਜੀ ਦੇ ਨੈਣਾਂ 'ਚ ਮੇਰੇ। ਜ਼ਿੰਦਗੀ ਦੇ ਸਹਿਰਾ ਵਿੱਚ ਇੱਕ ਨਾਥ ਜੀ ਨੇ ਉਲਟ ਦਿੱਤੀ ਝੱਜਰੀ ਅੱਜ ਮੂੰਹ 'ਚ ਮੇਰੇ। ਸੂਰ ਨੇ ਸੁਰ ਆਪਣੇ ਦੇ ਦਿੱਤੇ ਮੈਨੂੰ, ਦਰਦ ਮੀਰਾਂ ਭਰਦੀ ਹੈ ਗੀਤਾਂ 'ਚ ਮੇਰੇ। ਜਨਾ ਬਾਈ
ਪੀਵੇ ਮੇਰੀ ਜ਼ਿੰਦਗੀ ਨੂੰ, ਪਾਉਂਦੀ ਹੈ ਚੱਕੀ ਦੇ ਵਿੱਚ ਜੋ ਸਾਲ ਮੇਰੇ। ਕੌਣ ਜਾਣੇ ਉਡਣ ਖਟੋਲੇ ਦਾ ਕੀ ਬਣਿਆ, ਤੁਕਾ ਰਾਮ ਜੀ ਆ ਗਏ ਅੱਜ ਪਿੰਡ ਮੇਰੇ। ਪਾਲਕੀ ਨਾ ਲੈ ਕੇ ਆਓ ਦੁਆਰ ਮੇਰੇ, ਰਹਿੰਦੇ ਨੇ ਹੁਣ ਸੰਤ ਸਾਰੇ ਮਨ 'ਚ ਮੇਰੇ। ਇਹ ਸੀ ਪ੍ਰਦੀਪ ਨਿਫਾੜਕਰ ਦੀ ਮਰਾਠੀ ਕਵਿਤਾ ਪਾਲਕੀ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਸਨ ਡਾਕਟਰ ਸੁਰਜੀਤ ਪਾਤਰ। ਲਓ ਹੁਣ ਸੁਣੋ ਭਾਬੀ ਲਾਲ ਲਾਮੀਛਾਨੇ ਵੱਲੋਂ ਰਚੀ ਨੇਪਾਲੀ ਕਵਿਤਾ, ਜਿਸ ਦਾ ਸਿਰਲੇਖ ਹੈ 90 वर्षीय बुढ़े का एक प्रश्न। 90 वर्षे बुढाको एउटा प्रश्न, तिमी बन्दुक लिएर आयौ मैले छोराहरू दिएँ, तिमी भाला लिएर आयौ मैले गर्भे सन्तानहरू दिएँ, तिमी आगो लिएर आयौ मैले महलहरू दिएँ। ਤੁਸੀਂ ਸੁਣੀ ਭਾਬੀ ਲਾਲ ਲਾਮੀਛਾਨੇ ਵੱਲੋਂ ਲਿਖੀ ਗਈ ਨੇਪਾਲੀ ਕਵਿਤਾ 90 वर्षीय बुढ़े का एक प्रश्न। ਹੁਣ ਸੁਣੋ ਇਸ ਕਵਿਤਾ ਦਾ ਪੰਜਾਬੀ ਰੂਪ। ਰੂਪਾਂਤਰਕਾਰ ਨੇ ਵਿਜੇ ਵਿਵੇਕ। ਕਵਿਤਾ ਵਿੱਚ ਕਵੀ ਆਪਣੇ ਆਪ ਨੂੰ ਇੱਕ ਬਜ਼ੁਰਗ ਮੰਨ ਕੇ ਸਮਾਜਿਕ ਜ਼ੁਲਮ ਕਰਨ ਵਾਲਿਆਂ ਨੂੰ ਬੜੇ ਤਿੱਖੇ ਸਵਾਲ ਪੁੱਛ ਰਿਹਾ ਹੈ। ਤੁਸੀਂ ਆਏ ਬੰਦੂਕ ਲੈ ਕੇ, ਮੈਂ ਆਪਣੇ ਪੁੱਤਰ ਦਿੱਤੇ। ਤੁਸੀਂ ਆਏ ਬੰਦੂਕ ਲੈ ਕੇ, ਮੈਂ ਆਪਣੇ ਪੁੱਤਰ ਦਿੱਤੇ। ਬਰਛਾ ਚੁੱਕੀ ਤੁਸੀਂ ਆਏ, ਮੈਂ ਅਣਜੰਮੇ ਬੱਚੇ ਦਿੱਤੇ। ਤੁਹਾਡੇ ਹੱਥੀਂ ਮੁਆਤਾ ਸੀ, ਮੈਂ ਦਿੱਤੇ ਆਪਣੇ ਮਹਿਲ ਤੇ ਚੁਗੀਆਂ ਵੀ, ਬਾਗ ਵੀ ਤੇ ਜੰਗਲ ਵੀ। ਤੁਸੀਂ ਖੌਰੂ ਪਾਉਂਦੇ ਆਏ, ਮੈਂ ਪੇਸ਼ ਕੀਤਾ ਕੁਆਰਾ ਜੋਬਨ, ਗੁੰਮਸ਼ੁਦਾ ਅਤੀਤ ਤੇ ਜਿਉਂਦਾ ਧੜਕਦਾ ਵਰਤਮਾਨ। ਕੁਝ ਨਹੀਂ ਰੱਖਿਆ ਭਲਕ ਲਈ ਬਚਾ ਕੇ। ਤੁਸੀਂ ਤੋਪ ਲੈ ਕੇ ਆਏ, ਮੇਰੇ ਕੋਲ ਸੀ ਸਭਿਅਤਾ ਦੀ ਤਮਾਮ ਤਵਾਰੀਖ। ਹੁਣ ਜਦ ਮੈਂ 90 ਸਾਲਾਂ ਦਾ ਬੁੱਢਾ ਬੰਦਾ ਆਪਣੀ ਆਉਂਦੀ ਪੀੜ੍ਹੀ, ਪੁੱਤਾਂ ਪੋਤਿਆਂ ਤੇ ਪੜਪੋਤਿਆਂ ਦੀਆਂ ਲਾਸ਼ਾਂ 'ਤੇ ਖੜ੍ਹਾ ਹਾਂ, ਤੁਸੀਂ ਫੇਰ ਆਏ ਹੋ। ਮੈਂ ਹੁਣ ਵੀ ਦਿਆਂਗਾ ਤੁਹਾਨੂੰ, ਆਪਣੀ ਹਿੱਕ ਵਿੱਚ ਸਾਂਭ ਕੇ ਰੱਖਿਆ ਹੈ ਥੋੜ੍ਹਾ ਜਿਹਾ ਪਿਆਰ, ਭੋਰਾ ਕੁ ਵਿਸ਼ਵਾਸ। ਉਹ ਅਤਿਆਚਾਰੀ ਭਰਾਓ, ਆਪਣੀ ਬੰਦੂਕ ਚਲਾਓ। ਗੋਲੀ ਜਦ ਇਸ ਬੁੱਢੜੇ ਦੀ ਹਿੱਕ ਨੂੰ ਚੀਰ ਕੇ ਪਿੱਠ ਥਾਣੀ ਨਿਕਲੇਗੀ ਤੇ ਮੈਂ ਡਿੱਗਾਂਗਾ ਧਰਤੀ 'ਤੇ, ਤਾਂ ਕੀ ਤੁਸੀਂ ਦੱਸ ਸਕੋਗੇ ਤੁਹਾਡੀ ਇਹ ਬੰਦੂਕ ਫਿਰ ਕਿਸ ਦੀ ਛਾਤੀ 'ਤੇ ਚੱਲੇਗੀ, ਫਿਰ ਕਿਸ ਦੀ ਛਾਤੀ 'ਤੇ ਚੱਲੇਗੀ। ਇਹ ਸੀ ਭਾਬੀ ਲਾਲ ਲਾਮੀਛਾਨੇ ਦੀ ਨੇਪਾਲੀ ਕਵਿਤਾ 90 वर्षीय बुढ़े का एक प्रश्न ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਸਨ ਵਿਜੇ ਵਿਵੇਕ। ਲਓ ਹੁਣ ਸੁਣੋ ਇੱਕ ਉੜੀਆ ਕਵਿਤਾ। ਸਿਰਲੇਖ ਹੈ ਧੂਲ ਮਿੱਟੀ ਕੀ ਕਵਿਤਾ। ରଚନାକାର ਨੇ ହୃଦାନନ୍ଦ ପାଣିଗ୍ରାହୀ। ଜନ୍ମ ଜନ୍ମର ସମ୍ପର୍କ ଏ ମାଟି ସହିତ ଆମର, ଯାହାର ସୁଗନ୍ଧ ଉଡ଼ି ଆସି ବସେ ଛାତିରେ, ଆଉ କଅଁଳି ଉଠେ ଧୂଳି ମାଟିର ଇତିହାସ। ଆଶ୍ଚର୍ଯ୍ୟ ଲାଗୁଛି ଯେମିତି ବଦଳି ଚାଲିଛି ଆମ ଚଳଣି। ଲୋଭରେ ଲାଭରେ ମାତି ଉଠିଛି ଅଥୟ ମନ, ଗଢ଼ି ଉଠୁଛି ଭୋଗବାଦର ନୂଆ ନୂଆ କାହାଣୀ। ମାଟିର ରସକୁ ନିଗାଡ଼ି ନେଲେଣି ଲୁଟେରାମାନେ। ਤੁਸੀਂ ਸੁਣ ਰਹੇ ਸੀ ਹृਦਾਨੰਦ ਪਾਣੀਗ੍ਰਹੀ ਦੀ ਉੜੀਆ ਕਵਿਤਾ, ਜਿਸ ਦਾ ਸਿਰਲੇਖ ਸੀ ਧੂਲ ਮਿੱਟੀ ਕੀ ਕਵਿਤਾ। ਹੁਣ ਸੁਣੋ ਇਸ ਕਵਿਤਾ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਨੇ ਮਦਨ ਵੀਰਾ। ਕਵਿਤਾ ਰਾਹੀਂ ਕਵੀ ਸਮਾਜਿਕ ਕਦਰਾਂ ਕੀਮਤਾਂ ਦੇ ਨਿਘਾਰ ਉੱਪਰ ਕਰਾਰਾ ਵਿਅੰਗ ਕਰ ਰਿਹਾ ਹੈ। ਮਿੱਟੀ ਨਾਲ ਜਨਮਾਂ ਦਾ ਨਾਤਾ ਹੈ, ਪੁਸ਼ਤਾਂ ਦਾ ਰਿਸ਼ਤਾ ਹੈ। ਇਹਦੀ ਤਾਜ਼ੀ ਸੁਗੰਧ ਨਾਲ ਭਰ ਜਾਂਦਾ ਹੈ ਦਿਲ ਦਾ ਸੱਖਣਾ ਵਿਹੜਾ। ਉਦੈ ਹੋ ਜਾਂਦਾ ਹੈ ਮਹਿਕ ਦਾ ਅਹਿਸਾਸ, ਧਰਤੀ ਦਾ ਇਤਿਹਾਸ। ਹੈਰਾਨੀ ਦੀ ਹੱਦ ਹੈ, ਪਰੇਸ਼ਾਨੀ ਦਾ ਸਬੱਬ ਹੈ ਕਿ ਕਿਵੇਂ ਬਦਲ ਦਿੱਤਾ ਲਾਲਸਾ ਤੇ ਲਾਭ ਦੇ ਪਾਣ ਨੇ। ਕਿਉਂ ਮੰਨ ਲਿਆ ਨਿਰਛਲ ਤੇ ਨਿਰਮਲ ਮਨ ਦਾ ਵਿਹੜਾ। ਖਪਤ ਤੇ ਖਰਚ ਦੇ ਲਟੇਰਿਆਂ ਨੇ ਕਤਰਾ ਕਤਰਾ ਕਣ ਕਣ ਹੋ ਕੇ ਖੁਰ ਰਹੀ ਹੈ, ਭੁਰ ਰਹੀ ਹੈ ਇਨਸਾਨੀਅਤ, ਤੇ ਆਦਮੀ ਗਵਾ ਬੈਠਾ ਹੈ ਮੋਹ ਤੇ ਮਮਤਾ ਦੇ ਸਰਨਾਮੇ। ਸੁੱਕ ਗਈ ਹੈ ਸ਼ਾਂਤੀ ਦੀ ਗੰਗਾ ਤੇ ਕਰੁਣਾ ਦੇ ਸਰੋਤ, ਨਖੁੱਟ ਗਈ ਹੈ ਗਊ ਸੇਵਾ ਦੀ ਭਾਵਨਾ। ਦੇਖ ਰਹੇ ਹਾਂ ਪਰਿੰਦਿਆਂ ਦੀ ਬੇਰਹਿਮ ਹੱਤਿਆ,
ਤੇ ਮੈਦਾਨ ਵਿੱਚ ਕੁਰਬਲ ਕੁਰਬਲ ਕਰਦੇ ਲਹੂ ਪੀਣੇ ਕੀਟ। ਨਿਰਦਈ ਸਮਿਆਂ ਵਿੱਚ ਭੁੱਲ ਗਏ ਹਾਂ ਮੋਹ ਭਿੱਜੇ ਰਿਸ਼ਤਿਆਂ ਦਾ ਨਿੱਘ। ਗੁਆਚ ਗਿਆ ਹੈ ਰੂਹ ਦਾ ਸੁੱਖ ਚੈਨ। ਮਨ 'ਚ ਅਸਤ ਹੋ ਰਹੇ ਨੇ, ਨਸ਼ਟ ਹੋ ਰਹੇ ਨੇ ਕੂਲੇ ਤੇ ਲਵੇ ਬਿੰਬ। ਖਿਸਕ ਰਹੀ ਹੈ ਸੁੱਖਾਂ ਲੱਦੀ ਜ਼ਮੀਨ ਤੇ ਨਕਸ਼ੇ ਤੇ ਉਕਰੇ ਜਾ ਰਹੇ ਨੇ ਨਰਕ ਦੇ ਕਾਲ ਕਲੂਟੇ ਬਿੰਬ। ਇਹ ਸੀ ਰੁਦਾਨੰਦ ਪਾਣੀਗ੍ਰਹੀ ਦੀ ਉੜੀਆ ਕਵਿਤਾ ਧੂਲ ਮਿੱਟੀ ਕੀ ਕਵਿਤਾ ਦਾ ਪੰਜਾਬੀ ਰੂਪਾਂਤਰਕਾਰ ਸਨ ਮਦਨ ਵੀਰਾ। ਹੁਣ ਪੇਸ਼ ਕਰ ਰਹੇ ਹਾਂ ਦਸ਼ਰਥੀ माझी ਦੀ ਸੰਥਾਲੀ ਕਵਿਤਾ। ਸਿਰਲੇਖ ਹੈ ਜਾਣੇ ਕਿਉਂ ਸੁਬਹ ਹੁਈ। অনড়হে চিদা চ সেতা এন ঝপিতে হড়ম বাই ধীরপুর আকানা তি জাঙ্গারে নিথ লাঙ্গা থাকাও কুকমুরে ওকা ভ জোড়া চ ওকা চন চালাওলেন औरी বলো তিগিঙে ফেনেন। ਜਾਣੇ ਕਿਉਂ ਸੁਬਹ ਹੁਈ। ਤੁਸੀਂ ਸੁਣ ਰਹੇ ਸੀ ਦਸ਼ਰਥੀ माझी ਦੀ ਇਹ ਸੰਥਾਲੀ ਕਵਿਤਾ। ਹੁਣ ਸੁਣੋ ਇਸ ਕਵਿਤਾ ਦਾ ਪੰਜਾਬੀ ਰੂਪਾਂਤਰਕਾਰ ਨੇ ਉਮਿੰਦਰ ਜੌਲ। ਕਵਿਤਾ ਵਿੱਚ ਕਵੀ ਸਮਾਜ ਵਿਚਲੇ ਅਮੀਰ ਗਰੀਬ ਦੇ ਪਾੜੇ ਨੂੰ ਜ਼ਿੰਦਗੀ ਦੀ ਤਰਾਸਦੀ ਦੇ ਤੌਰ ਤੇ ਪੇਸ਼ ਕਰ ਰਿਹਾ ਹੈ। ਕਿਉਂ ਹੋਈ ਸਵੇਰ ਨੀਂਦ ਨੇ ਨਾ ਦਿੱਤਾ ਮੇਰੇ ਤਨ ਨੂੰ ਸਕੂਨ। ਕਿਉਂ ਹੋਈ ਸਵੇਰ ਨੀਂਦ ਨੇ ਨਾ ਦਿੱਤਾ ਮੇਰੇ ਤਨ ਨੂੰ ਸਕੂਨ। ਮੇਰੇ ਹੱਥਾਂ ਪੈਰਾਂ 'ਚ ਅਜੇ ਵੀ ਥਕਾਵਟ, ਮੇਰੇ ਹੱਥਾਂ ਪੈਰਾਂ 'ਚ ਅਜੇ ਵੀ ਥਕਾਵਟ। ਭੁੱਖ ਜਾਂ ਅਪੂਰਨ ਸੁਪਨ ਦੀ ਇਹ ਥਕਾਵਟ। ਮੇਰੇ ਹੱਥਾਂ ਪੈਰਾਂ 'ਚ ਅਜੇ ਵੀ ਥਕਾਵਟ। ਭੁੱਖ ਜਾਂ ਅਪੂਰਨ ਸੁਪਨ ਦੀ ਇਹ ਥਕਾਵਟ। ਮੈਂ ਪਾ ਨਾ ਸਕਿਆ ਆਪਣਾ ਮੁਕਾਮ ਤੇ ਜਾਗ ਉੱਠਿਆ ਨੀਂਦ ਤੋਂ। ਕਿਉਂ ਹੋਈ ਸਵੇਰ, ਕਿਉਂ ਹੋਈ ਸਵੇਰ ਹੁਣ ਚੱਲਣਾ ਪੈਣਾ ਫੇਰ ਲੱਭਣ ਟਰੈਕਟਰ ਗੱਡੀ ਜਾਂ ਕਿੱਥੇ ਮੁਕਾਮ। ਟਰੈਕਟਰ ਗੱਡੀ ਜਾਂ ਕਿੱਥੇ ਮੁਕਾਮ। ਇਹ ਸਭ ਧਨਾਡਾਂ ਦੇ ਵਿਹੜਿਆਂ ਦੀ ਸ਼ਾਨ। ਸਿਰਾਂ ਤੋਂ ਪੈਰਾਂ ਤੱਕ ਬਸ ਬਹਿੰਦਾ ਪਸੀਨਾ। ਸਿਰਾਂ ਤੋਂ ਪੈਰਾਂ ਤੱਕ ਬਸ ਬਹਿੰਦਾ ਪਸੀਨਾ। ਇਹ ਕਿਉਂ ਹੋਈ ਸਵੇਰ। ਬਸ ਕੰਮ ਹੀ ਕੰਮ ਹੈ ਜੀਵਨ, ਬਸ ਕੰਮ ਹੀ ਕੰਮ ਹੈ ਜੀਵਨ। ਬਸ ਇਹੋ ਨੇ ਗਰੀਬਾਂ ਦੇ ਲੇਖ, ਬਸ ਇਹੋ ਨੇ ਗਰੀਬਾਂ ਦੇ ਲੇਖ। ਕੰਮ ਨਹੀਂ ਤਾਂ ਭਰਦਾ ਨੇ ਪੇਟ, ਰਾਤ ਹੀ ਦਿੰਦੀ ਹੈ ਥੋੜਾ ਸਕੂਨ। ਹੇ ਮੇਰੇ ਦੇਵ ਕਿਉਂ ਖੋਇਆ, ਹੇ ਮੇਰੇ ਦੇਵ ਕਿਉਂ ਖੋਇਆ ਹੈ ਮੈਥੋਂ ਮੇਰਾ ਸਕੂਨ। ਹਾਏ ਇਹ ਕਿਉਂ ਹੋਈ ਸਵੇਰ, ਅੱਖਾਂ ਨੂੰ ਮਲਦਿਆਂ ਇਹ ਨੀਂਦ ਖੁੱਲੀ। ਹਾਏ ਇਹ ਕਿਉਂ ਹੋਈ ਸਵੇਰ, ਅੱਖਾਂ ਨੂੰ ਮਲਦਿਆਂ ਇਹ ਨੀਂਦ ਖੁੱਲੀ। ਫੇਰ ਢਿੱਡ ਦੀ ਅੱਗ ਲੈ ਕੇ ਤੁਰ ਪਏ ਅਵਾਰਾ ਕੁੱਤਿਆਂ ਜਿਹੀ ਦੌੜ ਭੱਜ। ਹਾਏ ਫੇਰ ਢਿੱਡ ਦੀ ਅੱਗ ਲੈ ਕੇ ਤੁਰ ਪਏ ਅਵਾਰਾ ਕੁੱਤਿਆਂ ਜਿਹੀ ਦੌੜ ਭੱਜ। ਇਹ ਕਿਉਂ ਹੋਈ ਸਵੇਰ, ਇਹ ਕਿਉਂ ਹੋਈ ਸਵੇਰ। ਇਹ ਸੀ ਦਸ਼ਰਥੀ माझी ਦੀ ਸੰਥਾਲੀ ਕਵਿਤਾ ਜਾਣੇ ਕਿਉਂ ਸੁਬਹ ਹੁਈ ਦਾ ਪੰਜਾਬੀ ਰੂਪਾਂਤਰਕਾਰ ਸਨ ਉਮਿੰਦਰ ਜੌਲ। ਲਓ ਹੁਣ ਪੇਸ਼ ਹੈ ਸ਼ਾਲਿਨੀ ਸਾਗਰ ਦੀ ਲਿਖੀ ਸਿੰਧੀ ਕਵਿਤਾ। ਸਿਰਲੇਖ ਹੈ ਰਿਜ਼ਰਵੇਸ਼ਨ। अज मां तोखे सो कॉल्ड रिजर्वेशन मूंखे दान तौर झोलीअ में विझण खां आज़ादु करियां थी। अज मां तोखे सो कॉल्ड रिजर्वेशन मूंखे दान तौर झोलीअ में विझण खां आज़ादु करियां थी। मां हैरान आहियां तुंहिंजी इन सोच ते, मां हैरान आहियां तुंहिंजी इन सोच ते त तूं अॼु पार्लियामेंट में बिल पेश करे मूं लाइ 33% रिजर्वेशन महफूज करण चाहीं थो। तुसां सुणी शालिनी सागर ਦੀ ਸਿੰਧੀ ਕਵਿਤਾ ਰਿਜ਼ਰਵੇਸ਼ਨ। ਹੁਣ ਪੇਸ਼ ਹੈ ਇਸ ਕਵਿਤਾ ਦਾ ਪੰਜਾਬੀ ਰੂਪਾਂਤਰਕਾਰ ਨੇ ਨਵਰੂਪ ਕੌਰ। ਕਵਿਤਾ ਰਾਹੀਂ ਕਵਿਤਰੀ ਨਾਰੀ ਦੀ ਮਹਾਨ ਹਸਤੀ ਨੂੰ ਰਾਖਵੇਂ ਕਰਨ ਤੋਂ ਕਿਤੇ ਉੱਪਰ ਬਿਆਨ ਕਰ ਰਹੀ ਹੈ। ਅੱਜ ਮੈਂ ਤੇਰੇ ਅਖੌਤੀ ਰਾਖਵੇਂ ਕਰਨ ਨੂੰ ਭੀਖ ਦੇ ਰੂਪ ਵਿੱਚ
ਝੋਲੀ ਪਵਾਉਣ ਤੋਂ ਪਹਿਲਾਂ ਤੈਨੂੰ ਆਜ਼ਾਦ ਕਰਦੀ ਹਾਂ। ਅੱਜ ਮੈਂ ਤੇਰੇ ਅਖੌਤੀ ਰਾਖਵੇਂ ਕਰਨ ਨੂੰ ਭੀਖ ਦੇ ਰੂਪ ਵਿੱਚ ਝੋਲੀ ਪਵਾਉਣ ਤੋਂ ਪਹਿਲਾਂ ਤੈਨੂੰ ਆਜ਼ਾਦ ਕਰਦੀ ਹਾਂ। ਮੈਂ ਹੈਰਾਨ ਹਾਂ, ਮੈਂ ਹੈਰਾਨ ਹਾਂ ਇਸ ਸੋਚ 'ਤੇ ਕਿ ਅੱਜ ਪਾਰਲੀਮੈਂਟ 'ਚ ਬਿੱਲ ਪੇਸ਼ ਕਰਦਿਆਂ ਮੇਰੇ ਲਈ 33% ਰਾਖਵਾਂਕਰਨ ਦੇ ਕੇ ਮੈਨੂੰ ਤੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ। ਮੈਂ ਹੈਰਾਨ ਹਾਂ ਇਸ ਸੋਚ 'ਤੇ ਕਿ ਅੱਜ ਪਾਰਲੀਮੈਂਟ 'ਚ ਬਿੱਲ ਪੇਸ਼ ਕਰਦਿਆਂ ਮੇਰੇ ਲਈ 33% ਰਾਖਵਾਂਕਰਨ ਦੇ ਕੇ ਮੈਨੂੰ ਤੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ। ਅੱਜ ਮੈਂ ਤੈਨੂੰ ਰਾਖਵੇਂਕਰਨ ਦੇ ਬੰਧਨ ਤੋਂ ਮੁਕਤ ਕਰਦੀ ਹਾਂ। ਜ਼ਰਾ ਸੋਚ ਤੂੰ ਜੇ ਮੇਰੀ ਮਮਤਾ ਵਿੱਚ ਵੀ ਰਾਖਵੇਂਕਰਨ ਦਾ ਬੀਜ ਹੁੰਦਾ ਤਾਂ ਇਹ ਧਰਤੀ ਤੇਰੇ ਵਰਗੇ ਅਤਿਆਚਾਰੀ ਤੋਂ ਆਜ਼ਾਦ ਹੁੰਦੀ। ਮੈਂ ਭੈਣ, ਮੈਂ ਬੇਟੀ, ਮੈਂ ਜਨਨੀ, ਮੈਂ ਹੀ ਜਨਮਦਾਤੀ ਤੇਰੀ। ਤੂੰ ਕੀ ਦੇ ਸਕਦਾ ਹੈ ਮੈਨੂੰ? ਆਦਿ ਕਾਲ ਤੋਂ ਤਾਂ ਮੈਂ ਹੀ ਸਭ ਕੀਤਾ ਤੇਰੇ ਲਈ। ਆਦਿ ਕਾਲ ਤੋਂ ਤਾਂ ਮੈਂ ਹੀ ਸਭ ਕੀਤਾ ਤੇਰੇ ਲਈ ਤੇ ਭਵਿੱਖ 'ਚ ਵੀ ਕਰਦੀ ਰਹਾਂਗੀ। ਤੂੰ ਤਾਂ ਖੁਦ ਮੇਰੇ ਪਿਆਰ, ਮੇਰੀ ਕਰੁਣਾ, ਮੇਰੇ ਦੁੱਧ ਦਾ ਕਰਜ਼ਦਾਰ ਹੈ। ਸੋ ਅੱਜ ਮੈਂ ਤੇਰੇ ਅਖੌਤੀ ਰਾਖਵੇਂਕਰਨ ਨੂੰ ਭੀਖ ਦੇ ਰੂਪ ਵਿੱਚ ਝੋਲੀ ਪਵਾਉਣ ਤੋਂ ਨਾ ਕਰਦੀ ਹਾਂ, ਤੈਨੂੰ ਆਜ਼ਾਦ ਕਰਦੀ ਹਾਂ, ਤੈਨੂੰ ਮੁਕਤ ਕਰਦੀ ਹਾਂ। ਤੁਸੀਂ ਸੁਣਿਆ ਸ਼ਾਲਿਨੀ ਸਾਗਰ ਦੀ ਸਿੰਧੀ ਕਵਿਤਾ ਰਿਜ਼ਰਵੇਸ਼ਨ ਦਾ ਪੰਜਾਬੀ ਰੂਪਾਂਤਰ ਕੀਤਾ ਸੀ ਨਵਰੂਪ ਕੌਰ ਨੇ। ਹੁਣ ਤੁਹਾਨੂੰ ਸੁਣਵਾਉਂਦੇ ਹਾਂ ਐਸ ਪੰਚਵਰਣਮ ਦੀ ਲਿਖੀ ਤਮਿਲ ਕਵਿਤਾ, ਜਿਸ ਦਾ ਸਿਰਲੇਖ ਹੈ ਮੈਂ ਕੋਈ ਨਹੀਂ। நான் யாருமில்லை. வார்த்தை கொக்கிகளால் இதய தசை மாட்டி என் குருதி சுவை ருசிக்க விரட்டாதீர் எப்போதும். ஏளன இலக்காரங்களிலிருந்து மீண்டெழுகிறேன் ஒரு பறவையாக. ਮੈਂ ਕੋਈ ਨਹੀਂ। ਇਹ ਸੀ ਐਸ ਪੰਚਵਰਣਮ ਦੀ ਤਮਿਲ ਕਵਿਤਾ। ਹੁਣ ਸੁਣੋ ਇਸ ਕਵਿਤਾ ਦਾ ਪੰਜਾਬੀ ਰੂਪਾਂਤਰਕਾਰ ਨੇ ਅਨੂ ਬਾਲਾ। ਕਵਿਤਾ ਵਿੱਚ ਕਵਿਤਰੀ ਨਾਰੀ ਉੱਪਰ ਸਦੀਆਂ ਤੋਂ ਹੁੰਦੇ ਆਏ ਜ਼ੁਲਮਾਂ ਨੂੰ ਬੜੇ ਭਾਵਪੂਰਕ ਤਰੀਕੇ ਨਾਲ ਬਿਆਨ ਕਰ ਰਹੀ ਏ। ਸ਼ਬਦਾਂ ਦੇ ਅੰਕੜਿਆਂ 'ਚੋਂ ਦਿਲ ਦੀਆਂ ਮਾਸਪੇਸ਼ੀਆਂ 'ਚੋਂ ਖਿੱਚ ਕੇ ਮੇਰੇ ਲਹੂ ਦਾ ਘੁੱਟ ਭਰਨ ਲਈ ਮੈਨੂੰ ਮਜਬੂਰ ਨਾ ਕਰੋ। ਸ਼ਬਦਾਂ ਦੇ ਅੰਕੜਿਆਂ 'ਚੋਂ ਦਿਲ ਦੀਆਂ ਮਾਸਪੇਸ਼ੀਆਂ 'ਚੋਂ ਖਿੱਚ ਕੇ ਮੇਰੇ ਲਹੂ ਦਾ ਘੁੱਟ ਭਰਨ ਲਈ ਮੈਨੂੰ ਮਜਬੂਰ ਨਾ ਕਰੋ। ਲੋਕਾਂ ਦੀ ਖਿੱਚ-ਤਾਣ ਤੋਂ ਬਚ ਕੇ ਉੜ ਰਹੀ ਹਾਂ ਮੈਂ। ਲੋਕਾਂ ਦੀ ਖਿੱਚ-ਤਾਣ ਤੋਂ ਬਚ ਕੇ ਉੜ ਰਹੀ ਹਾਂ। ਮੇਰਾ ਮਨ ਵਿਲੱਖਣ ਹੈ, ਚਿਹਰਾ ਵਿਲੱਖਣ ਹੈ, ਆਵਾਜ਼ ਵਿਲੱਖਣ ਹੈ। ਮੇਰਾ ਮਨ ਵਿਲੱਖਣ ਹੈ, ਚਿਹਰਾ ਵਿਲੱਖਣ ਹੈ, ਆਵਾਜ਼ ਵਿਲੱਖਣ ਹੈ। ਕੌਣ ਬੇਟੀ, ਕੌਣ ਪਤਨੀ, ਕਿਸ ਦੀ ਮਾਂ ਹਾਂ ਮੈਂ। ਕੌਣ ਬੇਟੀ, ਕੌਣ ਪਤਨੀ, ਕਿਸ ਦੀ ਮਾਂ ਹਾਂ ਮੈਂ। ਇਸ ਤਰ੍ਹਾਂ ਦੀ ਸਾਪੇਖ ਸਥਿਤੀ ਵਿੱਚ ਤੱਕਣ ਵਾਲੇ ਪ੍ਰਸ਼ਨਾਂ ਦੇ ਵਾਰ ਲਗਾਤਾਰ ਸਹਿੰਦੇ ਰਹਿਣਾ। ਇਸ ਤਰ੍ਹਾਂ ਦੀ ਸਾਪੇਖ ਸਥਿਤੀ ਵਿੱਚ ਤੱਕਣ ਵਾਲੇ ਪ੍ਰਸ਼ਨਾਂ ਦੇ ਵਾਰ ਲਗਾਤਾਰ ਸਹਿੰਦੇ ਰਹਿਣਾ, ਜ਼ਖਮ ਸਹਿੰਦੇ ਰਹਿਣਾ ਮੇਤੋਂ ਨਹੀਂ ਹੋਵੇਗਾ। ਜ਼ਖਮ ਸਹਿੰਦੇ ਰਹਿਣਾ, ਇਹਨਾਂ ਪ੍ਰਸ਼ਨਾਂ ਦੇ ਵਾਰ ਲਗਾਤਾਰ ਸਹਿੰਦੇ ਰਹਿਣਾ ਮੇਥੋਂ ਨਹੀਂ ਹੋਵੇਗਾ। ਬਚ ਕੇ ਦੌੜ ਰਹੀ ਹਾਂ ਮੈਂ, ਬਚ ਕੇ ਦੌੜ ਰਹੀ ਹਾਂ ਮੈਂ। ਮੇਰੇ ਸਰੀਰ ਵਿੱਚ ਹਜ਼ਾਰਾਂ ਸਾਲਾਂ ਦਾ ਜ਼ਖਮ ਹੈ, ਨਿਸ਼ਾਨ ਹੈ। ਮੇਰੇ ਸਰੀਰ ਵਿੱਚ ਹਜ਼ਾਰਾਂ ਸਾਲਾਂ ਦਾ ਜ਼ਖਮ ਹੈ, ਨਿਸ਼ਾਨ ਹੈ। ਉਸ ਪਹਾੜ ਦੀ ਚੋਟੀ 'ਤੇ ਚੜ੍ਹ ਕੇ ਜ਼ੋਰ ਨਾਲ ਚੀਕਾਂਗੀ। ਉਸ ਪਹਾੜ ਦੀ ਚੋਟੀ 'ਤੇ ਚੜ੍ਹ ਕੇ ਜ਼ੋਰ ਨਾਲ ਚੀਕਾਂਗੀ ਤਾਂ ਕਿ ਸਭ ਦਿਸ਼ਾਵਾਂ ਵਿੱਚ ਗੂੰਜ ਫੈਲ ਜਾਵੇ, ਤਾਂ ਕਿ ਸਭ ਦਿਸ਼ਾਵਾਂ ਵਿੱਚ ਗੂੰਜ ਫੈਲ ਜਾਵੇ। ਉਹ ਸਭ ਕਹਿਣ, ਉਹ ਸਭ ਕਹਿਣ ਮੈਂ ਹੋਰ ਕੋਈ ਨਹੀਂ। ਉਹ ਸਭ ਕਹਿਣ ਮੈਂ ਹੋਰ ਕੋਈ ਨਹੀਂ, ਮੈਂ ਹੋਰ ਕੋਈ ਨਹੀਂ। ਮੈਂ ਹਾਂ ਮੈਂ, ਮੈਂ ਹਾਂ ਮੈਂ ਹੀ ਮੈਂ ਹਾਂ, ਮੈਂ ਹੀ ਮੈਂ ਹਾਂ। ਤੁਸਾਂ ਸੁਣਿਆ ਐਸ ਪੰਚਵਰਣਮ ਦੀ ਤਮਿਲ ਕਵਿਤਾ ਮੈਂ ਕੋਈ ਨਹੀਂ ਦਾ ਪੰਜਾਬੀ ਰੂਪਾਂਤਰਕਾਰ ਸਨ ਅਨੂ ਬਾਲਾ। ਲਓ ਹੁਣ ਸੁਣੋ ਡਾਕਟਰ ਮਾਮੀਦੀ ਹਰੀ ਕ੍ਰਿਸ਼ਨ ਵੱਲੋਂ ਰਚੀ ਗਈ ਤੇਲਗੂ ਕਵਿਤਾ ਤਿਉਹਾਰ। పండుగ వస్తాందంటే చాలు
దునియాల లేని హైరాణంతా పడతాడు మా నాయన. అది సద్దుల బతుకమ్మ, దసరా, దివిలి, సంకురాత్రి, ఉగాది, వినాయక చవితి ఏదన్నా కానీ. ਤਿਉਹਾਰ ਤੁਸਾਂ ਸੁਣੀ ਡਾਕਟਰ ਮਾਮੀਦੀ ਹਰੀ ਕ੍ਰਿਸ਼ਨ ਦੀ ਇਹ ਤੇਲਗੂ ਕਵਿਤਾ। ਹੁਣ ਪੇਸ਼ ਹੈ ਇਸ ਕਵਿਤਾ ਦਾ ਪੰਜਾਬੀ ਰੂਪਾਂਤਰ। ਰੂਪਾਂਤਰਕਾਰ ਨੇ ਰਵਿੰਦਰ ਭੱਠਲ। ਕਵਿਤਾ ਵਿੱਚ ਕਵੀ ਨੇ ਤਿਉਹਾਰਾਂ ਨਾਲ ਜੁੜੇ ਚਾਵਾਂ, ਮਲ੍ਹਾਰਾਂ ਤੇ ਖੁਸ਼ੀਆਂ ਦਾ ਬੜਾ ਵਿਸਥਾਰਪੂਰਵਕ ਦ੍ਰਿਸ਼ ਵਰਣਨ ਕੀਤਾ ਹੈ। ਤਿਉਹਾਰ ਆਉਂਦਾ ਹੈ ਤਾਂ ਮੇਰਾ ਬਾਪੂ ਹੁੰਦਾ ਹੈ ਇੰਜ ਹੈਰਾਨ ਪਰੇਸ਼ਾਨ, ਜਿਵੇਂ ਸਾਰੀ ਦੁਨੀਆ ਦਾ ਭਾਰ ਉਹਦੇ ਸਿਰਾਂ ਟਿਕਿਆ ਹੋਵੇ। ਤਿਉਹਾਰ ਕਿਹੜਾ ਤਿਉਹਾਰ? ਕੋਈ ਵੀ ਹੋਵੇ, ਦੁਸਹਿਰਾ, ਦੀਵਾਲੀ, ਸੰਗਰਾਂਦ, ਨਵੇਂ ਵਰ੍ਹੇ ਦਾ ਦਿਨ ਜਾਂ ਗਣੇਸ਼ੀ ਚੌਥ। ਲਾਡਾਂ ਨਾਲ ਪਾਲੇ ਬੱਚੇ ਤੇ ਉਹਨਾਂ ਲਈ ਪਲ ਪਲ ਤਰਸਦਾ ਬਾਪੂ, ਪਰ ਸੰਤਾਨ ਤਾਂ ਉਡਾਨ ਪਰ ਤੁਰ ਗਈ, ਜਿਵੇਂ ਦੂਰ ਦੂਰ ਉੱਡ ਜਾਣ ਪੰਛੀ। ਹੁਣ ਕੱਲਾ ਕਲੋਤਰਾ ਬਾਪੂ ਸੁਬਾਹ ਤੋਂ ਆਥਣ ਤੱਕ ਇੱਧਰੋਂ ਉੱਧਰ ਉੱਧਰੋਂ ਇੱਧਰ ਚਾਰੇ ਪਾਸੇ ਘੁੰਮ ਘੁਮਾ ਪਿੰਡ 'ਚ ਆਉਣ ਵਾਲੀਆਂ ਸਾਰੀਆਂ ਅਖਬਾਰਾਂ ਪੜ੍ਹ, ਵੱਡੇ ਪੁੱਤ ਦੇ ਦਿੱਤੇ ਰੰਗੀਨ ਟੀਵੀ ਨੂੰ ਤੱਕ ਤੱਕ, ਸਾਰੀਆਂ ਫਿਲਮਾਂ ਦੇਖਣ ਤੋਂ ਬਾਅਦ ਵੀ ਕਹਿੰਦਾ ਦਿਨ ਕੱਟਦਾ ਹੀ ਨਹੀਂ, ਰਾਤ ਲੰਘਦੀ ਹੀ ਨਹੀਂ, ਵਿਹੜੇ ਦੀ ਸੁੰਨ ਨੂੰ ਕੋਸਦਾ ਰਹਿੰਦਾ ਹੈ। ਚਿਕਨਗੁਣੀਆਂ ਤੋਂ ਪੀੜਤ ਬਾਪ ਤਿਉਹਾਰ ਆਉਣ 'ਤੇ ਇਹ ਲਿਆਉਣਾ ਹੈ, ਉਹ ਲਿਆਉਣਾ ਕਹਿੰਦਾ ਹੋਇਆ ਤੇਜ਼ ਤੁਰਦਾ ਦੌੜਦਾ ਫਿਰਦਾ ਹੈ। ਕੱਲ੍ਹ ਪਰਸੋਂ ਪਿੰਡ 'ਚ ਪਧਾਰੇ 1 ਰੁਪਏ ਵਾਲੇ ਫੋਨ ਡਿੱਬੇ ਤੋਂ ਬੇਟੀਆਂ ਜਵਾਈਆਂ ਨੂੰ ਕਹਿ ਰਿਹਾ ਹੈ ਤਿਉਹਾਰ ਆ ਰਿਹਾ ਹੈ, ਬਸ ਪਿੰਡ ਆ ਜਾਓ। ਬੇਟੀਆਂ, ਬਹੂਆਂ, ਧੀਆਂ, ਜਵਾਈਆਂ, ਬੱਚੇ ਬੱਚੜਿਆਂ ਨਾਲ ਭਰ ਜਾਂਦਾ ਹੈ ਘਰ। ਬੇਟੀਆਂ ਵਿਹੜੇ 'ਚ ਰੰਗੋਲੀ ਬਣਾਉਂਦੀਆਂ, ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕਾਉਂਦੀਆਂ, ਚਹਿਕਦਾ ਮਹਿਕਦਾ ਮਾਹੌਲ ਵੇਖ ਬਾਪੂ ਕਹਿੰਦਾ ਹੈ ਬੇਟੀ ਇੰਜ ਲੱਗਦਾ ਜਿਵੇਂ ਤੁਹਾਡੀ ਅੰਮਾ ਵੀ ਅੰਗ ਸੰਗ ਹੋਵੇ। ਅੱਖਾਂ 'ਚ ਨਮੀ, ਅਥਰੂ ਲੁਕਾਈ ਫਿਰਦਾ ਹੈ, ਆਪਣੇ ਆਪ ਨੂੰ ਸੰਭਾਲਦਾ। ਛੋਟੇ ਨੂੰ ਚੁੱਕ ਲੈ ਜਾਂਦਾ ਹੈ ਖਿੜਕੀ ਦੇ ਕੋਲ, ਨਿੰਬੂ ਦੀਆਂ ਗੋਲੀਆਂ ਖਿਲਾਉਂਦਾ, ਖਿੜਖੜਾ ਕੇ ਹੱਸਦਾ ਹੈ, ਮੇਰਾ ਪੋਤਾ ਕਹਿੰਦਾ ਪਿੰਡ 'ਚ ਕਮਾਉਂਦਾ ਹੈ। ਦੇਖਦੇ ਦੇਖਦੇ ਬੀਤ ਜਾਂਦੇ ਹਨ ਛੁੱਟੀਆਂ ਦੇ ਦਿਨ, ਤੇ ਫਿਰ ਇੱਕ ਦਿਨ ਬਾਪੂ ਅਸੀਂ ਫਿਰ ਆਵਾਂਗੇ ਕਹਿੰਦੇ ਹੋਏ ਉੱਥੇ ਹੀ ਚਲੇ ਜਾਂਦੇ ਹਨ ਜਿੱਥੋਂ ਆਏ ਸਨ। ਠੀਕ ਹੈ ਬੇਟੀ ਕਹਿੰਦੇ ਹੋਏ ਫਿਰਨੀ ਤੇ ਬਣੇ ਮੰਦਰ ਤੱਕ ਜਾ ਵਿਦਾ ਕਰ ਆਉਂਦਾ ਹੈ। ਘਰ ਵਾਪਸ ਆ ਕੇ ਬੇਜਾਨ ਬੇਰੌਣਕਾ ਆਲਾ ਦੁਆਲਾ ਦੇਖ ਅੰਮਾ ਦੀ ਟੰਗੀ ਤਸਵੀਰ ਕੋਲ ਅੱਧ ਜਲੀਆਂ ਅਗਰਬੱਤੀਆਂ ਨੂੰ ਤੱਕ ਉਦਾਸ ਹੋ ਜਾਂਦਾ ਹੈ ਬਾਪੂ। ਕਦੇ ਰੱਬ ਦੇ ਅੱਗੇ ਹੱਥ ਨਾ ਜੋੜਨ ਵਾਲਾ ਬਾਪੂ ਹੁਣ ਮੰਨਤ ਮੰਗਦਾ ਹੈ ਕਿ ਛੇਤੀ ਛੇਤੀ ਆ ਜਾਏ ਤਿਉਹਾਰ, ਤਾਂ ਕਿ ਮੁੜ ਸੰਤਾਨ ਨੂੰ ਤੱਕ ਸਕੇ, ਖੁਸ਼ੀ ਵਿੱਚ ਝੂਮ ਸਕੇ ਕਿ ਛੇਤੀ ਛੇਤੀ ਆ ਜਾਏ ਤਿਉਹਾਰ। ਇਹ ਸੀ ਡਾਕਟਰ ਮਾਮੀਦੀ ਹਰੀ ਕ੍ਰਿਸ਼ਨ ਦੀ ਤੇਲਗੂ ਕਵਿਤਾ ਤਿਉਹਾਰ ਦਾ ਪੰਜਾਬੀ ਰੂਪ। ਰੂਪਾਂਤਰਕਾਰ ਸਨ ਰਵਿੰਦਰ ਭੱਠਲ। ਤੇ ਹੁਣ ਇਸ ਕਾਵਿ ਸਿਲਸਿਲੇ ਦੇ ਅਖੀਰ ਵਿੱਚ ਪੇਸ਼ ਕਰ ਰਹੇ ਹਾਂ ਦਰਸ਼ਨ ਬੁੱਟਰ ਦੀ ਪੰਜਾਬੀ ਕਵਿਤਾ, ਜਿਸ ਦਾ ਸਿਰਲੇਖ ਹੈ ਕੀ ਨਾਰੀ ਕੀ ਕੁਦਰਤ। ਕੌਣ ਜਾਣ ਸਕਿਆ ਔਰਤ ਮਨ ਦੀ ਅੰਤਹੀਣ ਗਹਿਰਾਈ, ਤਲ ਉੱਤੇ ਤਰਦੀਆਂ ਕਿਸ਼ਤੀਆਂ ਕੀ ਜਾਣਨ ਝੀਲ ਦੇ ਅੰਦਰਲੇ ਵਲਵਲਿਆਂ ਨੂੰ। ਕੌਣ ਜਾਣ ਸਕਿਆ ਔਰਤ ਮਨ ਦੀ ਅੰਤਹੀਣ ਗਹਿਰਾਈ, ਤਲ ਉੱਤੇ ਤਰਦੀਆਂ ਕਿਸ਼ਤੀਆਂ ਕੀ ਜਾਣਨ ਝੀਲ ਦੇ ਅੰਦਰਲੇ ਵਲਵਲਿਆਂ ਨੂੰ। ਨਾਰੀ ਦੇ ਅੰਦਰ ਤਾਂ ਭਖਦੇ ਪਤਾਲ ਵੀ, ਬਲਦੇ ਅਸਮਾਨ ਵੀ, ਇਹ ਭੈੜਾ ਬੰਦਾ ਇਹਦੀ ਉੱਪਰਲੀ ਤਹਿ 'ਚੋਂ ਬਿਹਸ਼ਤ ਭਾਲਦਾ। ਸਿਰਜਣਹਾਰ ਨਾਰੀ ਆਪਣੀ ਸਿਰਜਣਾ ਹੱਥੋਂ ਹਾਰ ਜਾਂਦੀ, ਸਿਰਜਣਹਾਰ ਨਾਰੀ ਆਪਣੀ ਸਿਰਜਣਾ ਹੱਥੋਂ ਹਾਰ ਜਾਂਦੀ, ਹਾਰ ਕੇ ਵੀ ਆਪਣਾ ਕਰਮ ਕਦੇ ਨਾ ਭੁੱਲਦੀ। ਬੰਦੇ ਦੇ ਕਰਮ ਅੰਮ੍ਰਿਤ ਨੂੰ ਵੀ ਬਿਓ ਬਣਾਉਂਦੇ, ਨਾਰੀ ਹੀ ਜਾਣਦੀ ਆਪਣੇ ਲਹੂ ਨੂੰ ਦੁੱਧ 'ਚ ਬਦਲਣਾ। ਬੰਦੇ ਦੇ ਕਰਮ ਅੰਮ੍ਰਿਤ ਨੂੰ ਵੀ ਬਿਓ ਬਣਾਉਂਦੇ,
ਨਾਰੀ ਹੀ ਜਾਣਦੀ ਆਪਣੇ ਲਹੂ ਨੂੰ ਦੁੱਧ 'ਚ ਬਦਲਣਾ। ਸਿਰਜਣਹਾਰ ਹੋ ਕੇ ਵੀ ਹਰ ਇਲਜ਼ਾਮ ਨਾਰੀ ਲਈ, ਹਰ ਦੀਵਾਰ, ਹਰ ਜ਼ੰਜੀਰ, ਹਰ ਸ਼ੋਕੇਸ ਸਿਰਫ ਨਾਰੀ ਲਈ ਹੀ। ਹਰ ਯੁੱਗ ਵਿੱਚ ਯੋਧੇ ਸ਼ੂਰਵੀਰ ਨਾਰੀ ਦੇ ਖੰਭ ਕੱਟ ਕੇ ਆਪਣੇ ਤੁਰਲਿਆਂ ਵਿੱਚ ਟੰਗਦੇ ਰਹੇ, ਪਰ ਨਾ ਕਦੇ ਧਰਤੀ ਡੋਲੀ, ਨਾ ਅਸਮਾਨ ਪਾਟਿਆ। ਸੁਦਾਮੇ ਨੂੰ ਭੀਲਣੀ ਪੁੱਛਦੀ, ਮੇਰੇ ਝੂਠੇ ਬੇਰ ਤਾਂ ਭੁੱਖੇ ਦਾ ਪ੍ਰਸ਼ਾਦ ਸਨ, ਤੇਰੇ ਸੱਤੂ ਕਿਹੋ ਜਿਹੇ ਲੱਗੇ ਦੁਆਰਕਾ ਦੇ ਰਾਜੇ ਨੂੰ। ਸੀਤਾ ਨੂੰ ਦ੍ਰੋਪਦੀ ਪੁੱਛਦੀ, ਮੈਂ ਤਾਂ ਭਲਾ ਜੂਏ ਦੀ ਹਾਰੀ ਹੋਈ ਨਰਦ ਸਾਂ, ਤੇਰੀ ਅਗਨ ਪ੍ਰੀਖਿਆ ਦੀ ਕੀ ਵਜ੍ਹਾ। ਪਰ ਹੁਣ ਤਾਂ ਹਵਾ ਵੀ ਨਹੀਂ ਸੁਣਦੀ ਨਗਨ ਦ੍ਰੋਪਤੀਆਂ ਦੀ ਚੀਖ, ਹੁਣ ਤਾਂ ਧਰਤ ਵੀ ਨਾ ਪਾਟਦੀ ਨਿਰਦੋਸ਼ ਸੀਤਾਵਾਂ ਨੂੰ ਸਮਾਉਣ ਲਈ। ਨਾ ਕੋਈ ਤੇਹ ਦੀ ਸੀਮਾ ਹੈ, ਨਾ ਭੁੱਖ ਦਾ ਕਿਨਾਰਾ, ਨਾ ਕੋਈ ਹਵਸ ਦਾ ਸਿਰਾ ਹੈ, ਨਾ ਲਾਲਸਾ ਦੀ ਹੱਦ। ਕੌਣ ਜਾਣ ਸਕਿਆ ਔਰਤ ਮਨ ਦੀ ਅੰਤਹੀਣ ਗਹਿਰਾਈ। ਤਲ ਉੱਤੇ ਤਰਦੀਆਂ ਕਿਸ਼ਤੀਆਂ ਕੀ ਜਾਣਨ ਝੀਲ ਦੇ ਅੰਦਰਲੇ ਵਲਵਲਿਆਂ ਨੂੰ। ਕੌਣ ਜਾਣ ਸਕਿਆ ਔਰਤ ਮਨ ਦੀ ਅੰਤਹੀਣ ਗਹਿਰਾਈ। ਤੁਸਾਂ ਸੁਣੀ ਦਰਸ਼ਨ ਬੁੱਟਰ ਦੀ ਲਿਖੀ ਪੰਜਾਬੀ ਕਵਿਤਾ। ਸਿਰਲੇਖ ਸੀ ਕੀ ਨਾਰੀ ਕੀ ਕੁਦਰਤ। ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਖੂਬ ਆਨੰਦ ਮਾਣਿਆ ਹੋਵੇਗਾ ਉਹਨਾਂ ਖੂਬਸੂਰਤ ਕਵਿਤਾਵਾਂ ਦਾ ਜੋ ਇਸ ਸਾਲ ਸ਼ਿੰਗਾਰ ਬਣੀਆਂ ਆਕਾਸ਼ਵਾਣੀ ਵੱਲੋਂ ਕਰਵਾਏ ਗਏ ਸਰਵ ਭਾਸ਼ਾ ਕਵੀ ਸੰਮੇਲਨ ਦਾ। ਯਕੀਨਨ ਭਾਰਤ ਦੀਆਂ ਸਾਰੀਆਂ ਖੇਤਰੀ ਭਾਸ਼ਾਵਾਂ ਦੀਆਂ 94ਵੀਆਂ ਕਵਿਤਾਵਾਂ ਦਾ ਪੰਜਾਬੀ ਰੂਪਾਂਤਰ ਸੁਣ ਕੇ ਤੁਹਾਡੇ ਮਨਾਂ ਵਿੱਚ ਵੀ ਕਾਵਿਕ ਵਲਵਲੇ ਉੱਠੇ ਹੋਣਗੇ। ਇਸ ਦੇ ਨਾਲ ਹੀ ਹੁਣ ਇਸ ਕਾਵ ਪ੍ਰਵਾਹ ਨੂੰ ਸੰਪੰਨ ਕਰਨ ਦੀ ਆਗਿਆ ਦਿਓ। ਨਮਸਕਾਰ।